ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਸ਼ਾਮ ਦੇ ਦੀਵਾਨਾਂ ਵਿੱਚ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲੜੀਵਾਰ ਛੇਵੇਂ ਪਾਤਸ਼ਾਹ ਜੀ ਦੇ ਧਰਮ ਯੁੱਧਾਂ ਦੇ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ। ਉਪਰੰਤ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਬਾਬਾ ਬਕਾਲਾ ਸਾਹਿਬ ਜੀ ਤੋਂ ਉਸ ਸਥਾਨ 'ਤੇ ਸੇਵਾ ਨਿਭਾਉਂਦੇ ਹੋਏ ਰਾਗੀ ਸਿੰਘ ਆਪ ਜੀ ਨੂੰ ਬੜੇ ਪਿਆਰ ਨਾਲ ਇਸ ਪਵਿੱਤਰ ਸਥਾਨ 'ਤੇ ਵੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸੀ। ਨਿਸ਼ਚਿਤ ਸਮੇਂ ਦੇ ਮੁਤਾਬਕ ਕੁਝ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਮਾਂ ਸਫਲ ਬਣਾਉਣਾ ਹੈ। ਪ੍ਰਬੰਧਕਾਂ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਜੋ ਪੁਰਬ ਹੈ ਮਨਾਉਣ ਵਾਸਤੇ ਜਿੱਥੇ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਔਰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਤਥਾ ਸਾਰੇ ਹੀ ਗੁਰ ਇਤਿਹਾਸਕ ਸਥਾਨ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੰਨੇ ਅਸਥਾਨ ਹਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਰਮ ਪਵਿੱਤਰ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰੜ ਨਾ ਦੀਆ, ਇਹ ਗੁਰਪੁਰਬ ਮਨਾਇਆ ਜਾ ਰਿਹਾ ਹੈ, ਜਿਹਦੀ ਯਾਦ ਵਿੱਚ ਇਸ ਪਵਿੱਤਰ ਸਥਾਨ 'ਤੇ ਵੀ ਅਖੰਡ ਜਾਪ ਆਰੰਭ ਕੀਤੇ ਗਏ ਹਨ ਔਰ ਪਰਸੋਂ ਭੋਗ ਪੈਣੇ ਹਨ। ਇਸੇ ਸੰਬੰਧ ਵਿੱਚ ਸਮਾਗਮ ਹੋ ਰਹੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੁਆਰਾ ਜਿਵੇਂ ਆਪ ਜੀ ਦਾ ਅਵਤਰਨ ਹੋਇਆ, ਆਪ ਜੀ ਵੀ ਬਾਰਠ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਪਵਿੱਤਰ ਤਪ ਸਥਾਨ 'ਤੇ ਪਹੁੰਚੇ ਔਰ ਮਹਾਂਪੁਰਖਾਂ ਨੇ ਜਿਵੇਂ ਉਹਨਾਂ ਦੇ ਪਿਤਾ ਗੁਰੂ ਦੂਸਰੇ ਗੁਰੂ ਸਾਹਿਬਾਨ ਪੁਰਖ ਜਾਂ ਪੁਰਖਾ ਕਹਿ ਕੇ ਬੁਲਾਉਂਦੇ ਸੀ, ਪਿਤਾ ਗੁਰੂ ਦੀ ਬੋਲੀ ਦੇ ਮੁਤਾਬਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਕਿਹਾ, ਪੁਰਖਾ ਕਿਵੇਂ ਆਏ ਹੋ? ਕਹਿਣ ਲੱਗੇ, ਮਹਾਰਾਜ ਮੇਰਾ ਅਵਤਰਨ ਵੀ ਸੰਤ ਮਹਾਂਪੁਰਖ ਮਹਾਨ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਬਚਨਾਂ ਦੁਆਰਾ ਹੋਇਆ ਹੈ। ਆਪ ਜੀ ਕਿਰਪਾ ਕਰੋ, ਸੁਪੁੱਤਰਾਂ ਦੀ ਦਾਤ ਬਖਸ਼ਿਸ਼ ਕਰੋ। ਭਾਵੇਂ ਗੁਰੂ ਘਰ ਸਰਬੱਗ ਹੈ, ਇਹ ਉਹਨਾਂ ਦੀ ਨਿਮਰਤਾ ਸਾਨੂੰ ਸੋਝੀ ਦੇਣ ਵਾਸਤੇ ਕਿਰਪਾ ਕਰਦੇ ਹਨ।
ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਬਚਨ ਦਿੱਤਾ ਕਿ ਆਪ ਜੀ ਦੇ ਗ੍ਰਹਿ ਵਿਖੇ 5 ਸਾਹਿਬਜ਼ਾਦੇ, ਇੱਕ ਬੀਬੀ ਦਾ ਅਵਤਰਨ ਹੋਏਗਾ। ਨਾਲ ਹੀ ਇਹ ਬਚਨ ਕਿਹਾ ਕਿ ਇੱਕ ਸਾਹਿਬਜ਼ਾਦਾ ਸਾਨੂੰ ਦੇਣਾ ਪਏਗਾ। ਸੋ ਬਚਨ ਜਿਹੜਾ ਸੀ ਮਹਾਰਾਜ ਨੇ ਫਿਰ ਪੂਰਾ ਵੀ ਕੀਤਾ। ਉਸੇ ਮੁਤਾਬਕ ਫਿਰ ਮਹਾਰਾਜ ਦੇ ਬਾਬਾ ਗੁਰਦਿੱਤਾ ਸਾਹਿਬ ਜੀ, ਬੀਬੀ ਬੀਰੋ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਸਾਹਿਬ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇਹ ਗੁਰੂ ਘਰ ਵਿੱਚ ਅਵਤਰਨ ਹੋਇਆ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਤਾਰਾ ਚੰਦ ਜੋ ਕਹਿਲੂਰ ਦੂਣ ਦਾ ਬਾਦਸ਼ਾਹ ਸੀ, ਜਿਸ ਨੂੰ ਜਦੋਂ 52 ਰਾਜੇ ਗਵਾਲੀਅਰ ਦੇ ਕਿਲ੍ਹੇ 'ਚੋਂ ਮੁਕਤ ਕੀਤੇ ਹਨ, ਇਹ ਵੀ ਉਹਨਾਂ ਵਿੱਚ ਸੀ। ਉਹਦੀ ਬੇਨਤੀ ਤੋਂ ਮੇਰੀ ਦੂਣ ਵਿੱਚ ਕੋਈ ਸ਼ਹਿਰ ਵਸਾਓ। ਫਿਰ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਹੁਕਮ ਕਰਕੇ ਇਹ ਕੀਰਤਪੁਰ ਸਾਹਿਬ ਜੋ ਨਗਰ ਹੈ, ਇਹ ਮਹਾਰਾਜ ਨੇ ਵਸਾਇਆ ਸੀ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਇੱਥੇ ਕਿਰਪਾ ਕੀਤੀ, ਚਰਨ ਪਾਏ। ਔਰ ਇਸੇ ਨਗਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਵੀ ਵਿਚਰਦੇ ਹੋਏ ਆਏ। ਅੱਜ ਵੀ ਉਹਨਾਂ ਦਾ ਤਪ ਸਥਾਨ ਉੱਥੇ ਹੈ। ਬੌਲੀ ਸਾਹਿਬ ਵੀ ਹੈ, ਜਿਹਦਾ ਜਲ ਹਮੇਸ਼ਾ ਹੀ ਕਾਇਮ ਰਹਿੰਦਾ ਹੈ। ਔਰ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਰਮ ਪਵਿੱਤਰ ਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਹੈ, ਇੱਥੇ ਮਹਾਰਾਜ ਦਰਸ਼ਨ ਬਖਸ਼ਦੇ ਸੀ। ਬਾਬਾ ਸ੍ਰੀ ਚੰਦ ਜੀ ਵੀ ਆਏ, ਕਹਿਣ ਲੱਗੇ ਪੁਰਖਾ ਬਚਨ ਪੂਰਾ ਕਰੋ, ਸਾਨੂੰ ਇੱਕ ਸਾਹਿਬਜ਼ਾਦਾ ਦਿਓ। ਕਹਿਣ ਲੱਗੇ ਮਹਾਰਾਜ ਪੰਜੇ ਹਾਜ਼ਰ ਹੈ, ਪੰਜੇ ਲੈ ਲਓ ਜਾਂ ਜਿਵੇਂ ਆਪ ਦੀ ਇੱਛਾ। ਫਿਰ ਆਪ ਜੀ ਦੀ ਦ੍ਰਿਸ਼ਟੀ ਬਾਬਾ ਗੁਰਦਿੱਤਾ ਸਾਹਿਬ ਜੀ ਵੱਲ ਗਈ। ਕਹਿਣ ਲੱਗੇ ਸਾਨੂੰ ਦੇ ਦਿਓ। ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਜਾਨਸ਼ੀਨ ਬਣਾਇਆ। ਔਰ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਮੰਗਿਆ ਸੋ ਵਾਰ ਦਿੱਤਾ। ਅਤੇ ਜਿੱਥੇ ਪੀਰ ਬੁੱਢਣ ਸ਼ਾਹ ਜੀ ਤਪੱਸਿਆ ਕਰਦੇ ਸੀ, ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਰਸ਼ਨ ਦਿੱਤੇ। ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਸੀ। ਕੋਈ ਤਪੱਸਿਆ ਦਾ ਪ੍ਰਭਾਵ, ਨਹੀਂ ਤਾਂ ਮਾਰੂ ਜਾਨਵਰ ਹੈ। ਸੋ ਬੰਦਗੀ ਦਾ ਐਸਾ ਪ੍ਰਭਾਵ ਹੋਇਆ ਕਰਦਾ ਹੈ। ਜਾਨਵਰ ਵੀ ਆਪਣਾ ਸੁਭਾਅ ਤਿਆਗ ਜਾਂਦੇ ਹਨ। ਗੁਰੂ ਸਾਹਿਬ ਨੇ ਦਰਸ਼ਨ ਬਖਸ਼ੇ। ਔਰ ਮਹਾਰਾਜ ਨੇ ਪੁੱਛਿਆ, ਸੁਣਾਓ ਪੀਰ ਜੀ, ਕੋਈ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ? ਕਹਿਣ ਲੱਗੇ ਮਹਾਰਾਜ ਬੜੇ ਚਲੀਸੇ ਜੋਤ ਤਪ ਕੀਤੇ, ਹੁਣ ਜਦੋਂ ਤੁਹਾਡਾ ਦਰਸ਼ਨ ਹੋ ਗਿਆ ਤੇ ਸ਼ਾਂਤੀ ਕੋਈ ਬਾਕੀ ਰਹਿ ਗਈ। ਆਪ ਨੇ ਬੜੀ ਮਿਹਰ ਕੀਤੀ ਹੈ। ਹੁਣ ਮੈਂ ਚਾਹੁੰਦਾ ਕਿ ਆਪ ਜੀ ਦੇ ਚਰਨਾਂ 'ਚ ਕਾਫੀ ਲੰਬੀ ਉਮਰ ਹੋ ਚੁੱਕੀ ਹੈ, ਇਹ ਸਰੀਰ ਤਿਆਗ ਦਿਆਂ। ਅਤੇ ਮਹਾਰਾਜ ਵਾਸਤੇ ਫਿਰ ਉਹ ਦੁੱਧ ਦੀ ਭੇਟਾ ਲੈ ਕੇ ਆਏ। ਗੁਰੂ ਸਾਹਿਬ ਕਹਿਣ ਲੱਗੇ ਫਿਰ 6ਵੇਂ ਜਾਮੇ 'ਚ ਪ੍ਰਵਾਨ ਕਰਾਂਗੇ।
ਕਹਿਣ ਲੱਗੇ ਮਹਾਰਾਜ ਫਿਰ ਤਾਂ ਬੜਾ ਲੰਬਾ ਸਮਾਂ। ਕਹਿੰਦੇ ਨਹੀਂ, ਉਦੋਂ ਤੱਕ ਤੁਹਾਡਾ ਸਰੀਰ ਜਿਹੜਾ ਕਾਇਮ ਰਹੇਗਾ। ਫਿਰ ਬਾਬਾ ਗੁਰਦਿੱਤਾ ਸਾਹਿਬ ਛੇਵੇਂ ਪਾਤਸ਼ਾਹ ਨੇ ਦਰਸ਼ਨ ਦਿੱਤੇ, ਕਿਰਪਾ ਕੀਤੀ। ਔਰ ਬਾਬਾ ਜੀ ਨੇ ਕਿਹਾ ਕਿ ਸਾਈਂ ਸਾਹਿਬ, ਇਹ ਸਥਾਨ ਸਾਨੂੰ ਛੱਡ ਦਿਓ, ਤੁਸੀਂ ਅੱਗੇ ਚਲੇ ਜਾਓ। ਕਹਿਣ ਲੱਗੇ ਮਹਾਰਾਜ ਮੈਨੂੰ ਕੌਣ ਜਾਣੇਗਾ। ਕਹਿੰਦੇ ਜਿੱਥੇ ਗੁਰੂ ਘਰਾਂ ਦੀ ਸੰਗਤ ਯਾਤਰਾ ਕਰੇਗੀ, ਉੱਥੇ ਤੁਹਾਡੇ ਸਥਾਨ 'ਤੇ ਵੀ ਸੰਗਤਾਂ ਆਇਆ ਕਰਨਗੀਆਂ। ਅਤੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਉੱਥੇ ਨਿੰਮ ਦੀ ਸੋਟੀ ਗੱਡ ਦਿੱਤੀ। ਉਹ ਫਿਰ ਨਿੰਮ ਦਾ ਬ੍ਰਿਕਸ਼ ਮੂਰਤੀਮਾਨ ਹੋ ਗਿਆ। ਅੱਜ ਵੀ ਬਾਬਾ ਗੁਰਦਿੱਤਾ ਸਾਹਿਬ ਦੇ ਸਥਾਨ 'ਤੇ ਸੰਗਤਾਂ ਦੀ ਅਥਾਹ ਸ਼ਰਧਾ ਹੈ। ਪਾਠਾਂ ਦੀਆਂ ਲੜੀਆਂ ਚੱਲਦੀਆਂ ਰਹਿੰਦੀਆਂ ਹਨ। ਸਾਰਾ ਪਹਾੜ, ਇੱਧਰ ਵੀ ਸਾਰੀ ਸੰਗਤ ਬੜੀ ਸ਼ਰਧਾ ਦੇ ਨਾਲ ਬਾਬਾ ਜੀ ਦੇ ਅਸਥਾਨ ਦਾ ਪੂਜਨ ਕਰਦੇ ਹੈ, ਸੇਵਾ ਕਰਦੇ ਹਨ। ਔਰ ਛੇਵੇਂ ਪਾਤਸ਼ਾਹ ਜੀ ਇੱਥੇ ਆਏ। ਇੱਥੇ ਮਹਾਰਾਜ ਨੇ ਫਿਰ ਪਰਖ ਕਰਦਿਆਂ ਹੋਇਆਂ ਸਿੱਖੀ ਦੀ, ਬਾਬਾ ਗੁਰਦਿੱਤਾ ਸਾਹਿਬ ਦੇ ਦੋ ਸਾਹਿਬਜ਼ਾਦੇ ਸੀ, ਬਾਬਾ ਧੀਰ ਮੱਲ ਜੀ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਅਤੇ ਜਿਸ ਵੇਲੇ ਜੋਤੀ ਜੋਤ ਸਮਾਉਣਾ ਸੀ, ਤੋਂ ਕੁਝ ਦਿਨ ਪਹਿਲਾਂ ਧੀਰ ਮੱਲ ਦੀ ਮਾਤਾ ਨੇ ਕਿਹਾ ਕਿ ਤੈਨੂੰ ਵੀ ਕੀਰਤਪੁਰ ਸਾਹਿਬ ਜਾਣਾ ਚਾਹੀਦਾ। ਜਦੋਂ ਮਾਤਾ ਦੇ ਕਹਤੇ ਆ ਗਏ, ਮਹਾਰਾਜ ਨੇ ਪਤਾਲਪੁਰੀ ਜੋ ਭੋਰਾ ਬਣਾਇਆ ਸੀ, ਉੱਥੇ ਆਸਣ ਲਾ ਲਿਆ। ਅਤੇ ਧੀਰ ਮੱਲ ਨੇ ਮੌਕਾ ਬਣਾਇਆ ਕਿ ਹੁਣ ਮੈਂ ਆਪਣਾ ਠਾਠਾ ਬਾਗਾ ਬਣਾ ਕੇ ਸੰਗਤ ਨੂੰ ਪਹਿਲੇ ਮਗਰ ਲਾ ਲਵਾਂ ਅਤੇ ਮੈਨੂੰ ਗੱਦੀ ਮਿਲ ਜਾਏ। ਇਹਨ ਚੌਂਕ ਦੇ ਵਿੱਚ ਫਿਰ ਉਹ ਸਾਰਾ ਜਲ ਜਲਵਾ ਪੂਰਾ ਕੀਤਾ। ਅਤੇ ਹੁਣ ਬਹੁਤੀਆਂ ਸੰਗਤਾਂ ਨੂੰ ਪਤਾ ਹੀ ਨਾ ਆ ਕੇ ਮੱਥੇ ਟੇਕਦੇ, ਬੜਾ ਚੜਾਵਾ ਚੜ੍ਹਿਆ। ਅਤੇ ਜਦੋਂ ਮਹਾਰਾਜ ਨੂੰ ਦੱਸਿਆ ਵੀ ਧੀਰ ਮੱਲ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਅਤੇ ਮਹਾਰਾਜ ਨੇ ਕਿਹਾ ਇਹਨੂੰ ਉੱਥੋਂ ਧੱਕੇ ਮਾਰ ਕੇ ਕੱਢ ਦਿਓ। ਇਹ ਫਿਰ ਉੱਥੋਂ ਆ ਗਿਆ। ਉਹ ਮਸੰਦਾਂ ਦੀ ਵੀ ਕੁੱਟਮਾਰ ਕੀਤੀ ਸਿੰਘਾਂ ਨੂੰ। ਕਹਿੰਦਾ ਵੀ ਅੱਗੇ ਬੜੀ ਸੋਹਣੀ ਬਣੀ ਹੋਈ ਸੀ, ਮਾਤਾ ਨੂੰ ਉਲਾਮੇ ਦੇਵੇ ਪਏ, ਮਾਤਾ ਜੀ ਤੁਹਾਡੇ ਕਹਿਵੇਂ ਆਇਆ ਅਤੇ ਆਹ ਗੱਲ ਹੋਈ ਨਹੀਂ। ਬੜਾ ਸੋਹਣਾ ਪੜਦਾ ਬਣਿਆ ਸੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਸੀ, ਪੂਜਾ ਹੋਈ ਜਾਂਦੀ ਸੀ। ਫਿਰ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ ਨੇ ਗੁਰਤਾ ਗੱਦੀ ਜਿਹੜੀ ਸੀ ਬਖਸ਼ਿਸ਼ ਕੀਤੀ। ਉਸ ਵੇਲੇ ਫਿਰ ਬਾਬਾ ਸੂਰਜਮਲ ਦੀ ਮਾਤਾ ਮਰਵਾਹੀ ਜੀ ਨਾਰਾਜ਼ ਹੋ ਕੇ ਤੁਰ ਪਏ। ਮਹਾਰਾਜ ਨੂੰ ਦੱਸਿਆ ਗਿਆ, ਜਾਣੀ ਜਾਣ ਸੀ। ਫਿਰ ਮੋੜ ਕੇ ਲਿਆਂਦਾ ਅਤੇ ਮਹਾਰਾਜ ਨੇ ਸੂਰਜਮਲ ਨੂੰ ਪੁੱਛਿਆ ਵੀ ਤੈਨੂੰ ਗੱਦੀ ਦੇ ਦਈਏ। ਕਹਿੰਦੇ ਨਹੀਂ ਮਹਾਰਾਜ, ਮੈਨੂੰ ਸਿੱਖੀ। ਕਹਿੰਦੇ ਜਿਹਨੇ ਸਿੱਖੀ ਮੰਗ ਲਈ ਸਭ ਕੁਝ ਹੀ ਆ ਗਿਆ, ਜਾਂ ਤੇਰੀ ਬੰਸ ਬਹੁਤ ਵਧੂਗੀ। ਇਹ ਜਿੰਨੇ ਆ ਸੋਢੀ ਹੈ ਅਨੰਦਪੁਰ ਸਾਹਿਬ, ਇਹ ਸੂਰਜਮਲ ਦੀ ਔਲਾਦ 'ਚੋਂ ਜਿਹੜੇ ਕਰਤਾਰਪੁਰ ਸਾਹਿਬ ਆ ਉਹ ਧੀਰ ਮੱਲੀ ਹੈ। ਅਤੇ ਸ਼੍ਰੀ ਰਾਮ ਰਾਜ ਦੀ ਵੀ ਅੱਗੇ ਬੰਸ ਨਹੀਂ ਚੱਲੀ। ਔਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸੀ, ਸ਼੍ਰੀ ਰਾਮ ਰਾਏ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਉਹ ਛੋਟੀ ਉਮਰ 'ਚ ਹੀ ਦਿੱਲੀ ਬਾਲਾ ਸਾਹਿਬ ਜੋਤੀ ਜੋਤ ਸਮਾ ਗਏ ਸੀ। ਔਰ ਫਿਰ ਦਸਮ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ ਸੀ, ਉਹ ਵੀ ਬ੍ਰਹਮਚਾਰੀ ਜੀਵਨ 'ਚ ਹੀ ਸ਼ਹੀਦੀਆਂ ਦੇ ਗਏ। ਅਤੇ ਸੂਰਜਮਲ ਦੀ ਜਿਹੜੀ ਬੰਸ ਆ ਚੱਲ ਰਹੀ, ਬਾਬਾ ਅਟਲ ਰਾਏ, ਬਾਬਾ ਮੋਹਨ
ਜਿੰਦਾ ਕੀਤਾ ਸੀ ਉਹ ਵੀ ਬਚਪਨ 'ਚ। ਅਤੇ ਬਾਬਾ ਅਣੀ ਰਾਏ ਜਿਹੜੇ ਸੀ ਉਹ ਵੀ ਬ੍ਰਹਮਚਾਰੀ ਰਹੇ। ਇਸ ਕਰਕੇ ਫਿਰ ਜਿਹੜੀ ਔਲਾਦ ਹੈ ਉਹ ਸੂਰਜਮਲ ਦੀ ਚੱਲ ਰਹੀ ਹੈ, ਸੋਢੀਆਂ ਦੀ। ਅਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇਹਨਾਂ ਦੇ ਮਾਤਾ ਨਾਨਕੀ ਜੀ ਨੇ ਵੀ ਬੇਨਤੀ ਕੀਤੀ, ਕਿਉਂਕਿ ਹਰੇਕ ਨੂੰ ਆਪਣੇ ਪੱਖ ਦੀ ਹੁੰਦੀ ਹੈ। ਅਤੇ ਮਹਾਰਾਜ ਨੇ ਇਹ ਬਚਨ ਦਿੱਤਾ ਸੀ, ਇਸ 'ਤੇ ਉਪਜੈ ਬਲੀ ਆਧਾਰਾ, ਭਾਵ ਦਸਮ ਪਾਤਸ਼ਾਹ ਵੱਲ ਇਸ਼ਾਰਾ ਕੀਤਾ ਸੀ ਔਰ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਹੁਣ ਬਾਬਾ ਬਕਾਲਾ ਸਾਹਿਬ ਚਲੇ ਜਾਓ। ਇਹ ਮਾਤਾ ਜੀ ਦਾ ਨਗਰ ਸੀ। ਇੱਥੇ ਫਿਰ ਉਹ ਨੌਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਆ ਗਏ ਸੀ। ਇਸ ਜਗ੍ਹਾ ਮਹਾਰਾਜ ਦਾ ਪਵਿੱਤਰ ਸਥਾਨ 9 ਮੰਜ਼ਲਾ ਸਥਾਨ ਹੈ, ਜਿਹਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਕਰਾਈ ਹੈ। ਔਰ ਜਿੱਥੇ ਮਹਾਰਾਜ ਦਾ ਤਪ ਸਥਾਨ ਹੈ ਭੋਰਾ ਸਾਹਿਬ, ਉਹ ਵੀ ਮੌਜੂਦ ਹੈ। ਇਹ ਜਗ੍ਹਾ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਮਹਾਰਾਜ ਨੇ ਆਪਣੇ ਨਿਜ ਸਰੂਪ ਦੇ ਧਿਆਨ ਵਿੱਚ ਜੁੜੇ ਹੈ। ਉਹ ਤਾਂ ਹਮੇਸ਼ਾ ਹੀ ਜੁੜੇ ਹੈ, ਮਹਾਰਾਜ ਦੇ ਕੌਤਕ ਹੁੰਦੇ ਆ। ਅਤੇ ਜਦੋਂ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣਾ ਸੀ, ਭਾਈ ਦਰਗਾਹੀ ਮੱਲ, ਭਾਈ ਭੱਠਾ ਜੀ ਆਦਿਕ ਜਿਹੜੇ ਗੁਰਸਿੱਖ ਸੀ, ਅਤੇ ਮਹਾਰਾਜ ਅੱਗੇ ਇੱਕ ਗੁਰੂ ਦੂਏ ਗੁਰੂ ਸਾਹਿਬ ਦੇ ਲੜ ਲਾ ਜਾਂਦੇ ਸੀ। ਹੁਣ ਆਪ ਸੰਗਤ ਨੂੰ ਕਿਹਦੇ ਲੜ ਲਾ ਕੇ ਚੱਲੇ ਹੋ। ਉਸ ਵੇਲੇ ਮਹਾਰਾਜ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਸੀ, ਗੁਰੂ ਗ੍ਰੰਥ ਗੁਰੂ ਗ੍ਰੰਥ ਗੁਰੂ ਗ੍ਰੰਥ। ਕਹਿਣ ਲੱਗੇ ਮਹਾਰਾਜ ਆਪ ਜੀ ਦਾ ਬਚਨ ਸਾਧਿਆ, ਗਾਂ ਐਸੇ ਲੋਕ ਹੋਣਗੇ ਉਹ ਬਾਣੀ ਦਾ ਅਰਥ ਆਪਣੀ ਮਨ ਮਰਜ਼ੀ ਨਾਲ ਲਾ ਲਿਆ ਕਰਨਗੇ, ਅਤੇ ਸਰਗੁਣ ਸਰੂਪ ਸਤਿਗੁਰਾਂ ਦੀ ਵੀ ਲੋੜ ਹੈ। ਫਿਰ ਮਹਾਰਾਜ ਨੇ ਬਚਨ ਕੀਤਾ ਸੀ, ਬਾਬਾ ਵਸੇ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਇਹ ਬਚਨ ਹੋਣ ਤੋਂ ਫਿਰ ਬਹੁਤ ਸਾਰੇ ਜਿਹੜੇ ਬੇਦੀ ਸੀ, ਸੋਢੀ ਸੀ, ਭੱਲੇ ਸੀਗੇ, ਤਰੇਣ ਸੀ, ਇਹ ਆਪੋ ਆਪਣੀਆਂ ਮੰਜੀਆਂ ਲਾ ਕੇ ਬੈਠ ਗਏ। ਹਰੇਕ ਆਪੋ ਆਪਣੇ ਮਸੰਦਾਂ ਦੁਆਰਾ ਆਪੋ ਆਪਣਾ ਪ੍ਰਚਾਰ ਕਰਾ ਰਹੇ ਸੀ। ਹੀਰਮਲ ਜਿਹੜਾ ਇਹਨਾਂ ਦੇ ਵਿੱਚ ਜ਼ਿਆਦਾ ਪ੍ਰਧਾਨ ਸੀ, ਉਹਦੇ ਮਗਰ ਜ਼ਿਆਦਾ ਪਬਲਿਕ ਸੀ। ਸੋ ਇੱਧਰ ਸਰਕਾਰ ਨਾਲ ਵੀ ਕਾਫੀ ਮੇਲ ਜੋਲੇ ਰੱਖਦਾ ਸੀ। ਮੱਖਣ ਸ਼ਾਹ ਲਵਾਣੇ ਦਾ ਜਦੋਂ ਬੇੜਾ ਡੁੱਬ ਰਿਹਾ ਸੀ, ਬੜੇ ਪੀਰ ਫਕੀਰ ਮਨਾਏ, ਕਿਤੋਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਾ ਆਈ। ਫਿਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਆਰਾਧਨ ਕੀਤਾ। 500 ਮੋਹਰ ਸੁਖੀ ਬੇੜਾ ਬੰਨੇ ਲਗਾ, ਅਨਲ ਬੇੜਾ ਹੋਂ ਖੇਵ ਨਾ ਸਾਕੋਂ, ਤੇਰਾ ਪਾਰ ਨਾ ਪਾਇਆ ਬੀਠਲਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਬਾਂਹਦੇ ਬਾਬ ਬੀਠਲਾ। ਫਿਰ ਉਹ ਪੁੱਛਦਾ ਪੁਛਾਉਂਦਾ ਵੀ ਹੁਣ ਗੁਰੂ ਗੱਦੀ ਬਾਬੇ ਬਕਾਲੇ ਦਾ ਬਚਨ ਸੁਣਿਆ, ਇੱਥੇ ਆ ਗਏ ਅਤੇ ਬਹੁਤ ਮੰਜੀਆਂ ਲਾ ਕੇ ਬੈਠੇ ਸੀ। ਹੁਣ ਨਿਰਣਾ ਕਰੇ ਵੀ ਗੁਰੂ ਸੱਚਾ ਕਿਹੜਾ। ਸਾਰਿਆਂ ਨੂੰ ਮੋਹਰ ਰੱਖ ਰੱਖ ਮੱਥਾ ਟੇਕੀ ਗਿਆ, ਕਿਸੇ ਨੇ ਮਨ ਦੀ ਗੱਲ ਬੁਝੀ ਨਾ। ਮਨ ਬੜਾ ਉਦਾਸ ਹੋਇਆ। ਫਿਰ ਫੈਸਲਾ ਕੀਤਾ ਵੀ ਅੰਮ੍ਰਿਤ ਵੇਲੇ ਤੜਕੇ ਜਿਹੜਾ ਪਹਿਲਾਂ ਮਿਲੇ ਉਹਨੂੰ ਪੁੱਛਾਂਗੇ। ਵੀ ਆਮ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੋਈ ਭਜਨ ਬਾਣੀ ਵਾਲੇ ਉੱਠਦੇ, ਅਤੇ ਇਸ ਤਰ੍ਹਾਂ ਫਿਰ ਉਹ ਕੌਤਕ ਵਰਤਿਆ, ਪੁੱਛਿਆ ਅਤੇ ਦੱਸਿਆ ਵੀ ਇਸ ਤਰ੍ਹਾਂ ਭੋਰੇ ਵਿੱਚ ਰਹਿ ਰਹੇ ਹਰ ਵੇਲੇ ਭਜਨ ਬਾਣੀ 'ਚ ਰਹਿੰਦੇ, ਮਾਤਾ ਨਾਨਕੀ ਸੇਵਾ 'ਚ ਰਹਿੰਦੇ। ਫਿਰ ਉਹਦੇ ਮਨ 'ਚ ਭਾਵਨਾ ਜਾਗੀ ਨਾ ਆਏ
ਸਮਾਂ ਆ ਗਿਆ ਸੀ ਮਹਾਰਾਜ ਦੇ ਪ੍ਰਗਟ ਹੋਣ ਦਾ। ਮਾਤਾ ਜੀ ਤੋਂ ਆਗਿਆ ਮੰਗੀ। ਮਾਤਾ ਜੀ ਨੇ ਕਿਹਾ ਵੀ ਹੁਕਮ ਬੜਾ ਸਖਤ ਹੈ, ਇਜਾਜ਼ਤ ਨਹੀਂ। ਬਹੁਤ ਬੇਨਤੀਆਂ ਕੀਤੀਆਂ। ਫਿਰ ਮਾਤਾ ਜੀ ਨੇ ਮਹਾਰਾਜ ਤੋਂ ਆਗਿਆ ਲਈ। ਕਹਿਣ ਲੱਗੇ ਠੀਕ ਹੈ। ਹੁਣ ਜਾ ਕੇ ਫਿਰ 5 ਮੋਹਰਾਂ ਮੱਥਾ ਟੇਕਿਆ ਅਤੇ ਮਹਾਰਾਜ ਹੱਸ ਪਏ। ਕਹਿਣ ਲੱਗੇ ਵੀ ਸੁਖਨਾ 500 ਦੀ ਅਤੇ ਹੁਣ 5 ਦਿਨ। ਫਿਰ ਜਦੋਂ ਕੰਮ ਪੂਰਾ ਕੀਤਾ ਅਤੇ ਮਜ਼ਦੂਰੀ ਘੱਟ ਕਿਉਂ ਲਈਏ, ਅਤੇ ਮੋਢੇ ਦਿਖਾ ਲਏ, ਜਾ ਦੇਖ। ਫਿਰ ਚਰਨ ਢਹਿ ਪਿਆ ਕਿ ਮਹਾਰਾਜ ਮੈਂ ਹੁਣ ਪ੍ਰਗਟ ਕਰਨਾ। ਮਹਾਰਾਜ ਨੇ ਕੁਝ ਬਚਨ ਵੀ ਰੜਾ ਕਿਹਾ। ਉਹ ਕਹਿੰਦਾ ਮਹਾਰਾਜ ਜੋ ਮਰਜ਼ੀ ਹੋਵੇ, ਹੁਣ ਨਹੀਂ ਮੈਂ ਰਹਿਣਾ। ਫਿਰ ਸੰਗਤਾਂ ਇਹਨਾਂ ਨੇ 22 ਮੰਜੀਆਂ ਬੜੀਆਂ ਭੰਬਲ ਭੂਸੇ ਪਾਈਆਂ ਹੋਈਆਂ। ਬਸ ਫਿਰ ਉਹਨਾਂ ਨੂੰ ਕੋਠੇ 'ਤੇ ਚੜ੍ਹ ਕੇ ਮਹਾਰਾਜ ਨੇ ਜਿਹੜੀ ਸ਼ਰਤ ਰੱਖੀ ਸੀ ਉਹ ਵੀ ਪੂਰੀ ਕਰ ਦਿੱਤੀ। ਪੱਲਾ ਫੇਰਤਾ, ਭੁਲੀਏ ਸੰਗਤੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਬਾਬਾ ਬਕਾਲਾ ਸਾਹਿਬ। ਫਿਰ ਉੱਥੇ ਉਹ ਮੰਜੀ ਸਾਹਿਬ ਅੱਜ ਵੀ ਅਸਥਾਨ ਹੈ ਜਿੱਥੇ ਮਹਾਰਾਜ ਜੀ ਨੇ ਆਸਣ ਲਾਇਆ, ਸੰਗਤ ਨੂੰ ਦਰਸ਼ਨ ਦਿੱਤੇ। ਸੋ ਇਸ ਵਾਸਤੇ ਇਹ 6ਵੇਂ ਪਾਤਸ਼ਾਹ ਦਾ ਜੋ ਇਤਿਹਾਸ ਵੀ ਚੱਲ ਰਿਹਾ ਅਤੇ ਨਾਲ ਹੀ 9ਵੇਂ ਪਾਤਸ਼ਾਹ ਦਾ ਇਹ ਜੋ ਪੁਰਬ ਅਸੀਂ ਮਨਾ ਰਹੇ ਹਾਂ ਅਤੇ ਸਮੇਂ ਸਮੇਂ ਨਾਲ ਇਤਿਹਾਸ ਚੱਲਦਾ ਰਹਿਣਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਸ ਤਰ੍ਹਾਂ ਫਿਰ ਕੀਰਤਪੁਰ ਗਏ ਔਰ ਸ਼੍ਰੀ ਅਨੰਦਪੁਰ ਸਾਹਿਬ, ਇਹ ਧਰਤੀ ਨੂੰ ਮਹਾਰਾਜ ਨੇ ਖਰੀਦ ਕੇ ਆਪਣੀ ਮਾਤਾ ਨਾਨਕੀ ਦੇ ਨਾਮ 'ਤੇ ਨਗਰ ਵਸਾਇਆ। ਪਹਿਲਾਂ ਇਹਦਾ ਨਾਂ ਹੈ ਨਾਨਕੀ ਚੱਕ। ਪਹਿਲਾਂ ਉਹਨੂੰ ਮਾਖੋਵਾਲ ਦੀ ਧਰਤੀ ਕਹਿੰਦੇ ਸੀ। ਫਿਰ ਜਦੋਂ ਖਾਲਸੇ ਦੀ ਸਿਰਜਣਾ, ਆਨੰਦ ਕੌਤਕ, ਫਿਰ ਮਹਾਰਾਜ ਨੇ ਇਹਦਾ ਨਾਂ ਸ਼੍ਰੀ ਅਨੰਦਪੁਰ ਸਾਹਿਬ ਰੱਖਿਆ, ਖਾਲਸੇ ਦੀ ਜਨਮ ਭੂਮੀ। ਸੋ ਇਸ ਵਾਸਤੇ ਅਸੀਂ ਬੜੀ ਸ਼ਰਧਾ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਗੁਰਪੁਰਬ ਮਨਾ ਰਹੇ ਹਾਂ। ਪਾਠ ਚੱਲ ਰਿਹਾ ਹਰ ਜਗ੍ਹਾ ਹੀ। ਅਤੇ ਕਸ਼ਮੀਰੀ ਪੰਡਤਾਂ ਦਾ ਕਿਵੇਂ ਆਉਣਾ, ਔਰੰਗਜ਼ੇਬ ਨੇ ਕਿਵੇਂ ਆਪਣੇ ਹੁਕਮ ਜਾਰੀ ਕਰਨੇ, ਉਹ ਸਾਰੇ ਇਤਿਹਾਸ ਨਾਲ ਸੰਬੰਧਿਤ ਕਿਵੇਂ ਮਹਾਰਾਜ ਨੇ ਸ਼ਹੀਦੀ ਦਿੱਤੀ। ਕਿਉਂਕਿ 9ਵੇਂ ਪਾਤਸ਼ਾਹ ਦਾ ਇਤਿਹਾਸ ਵੀ ਬੜਾ ਲੰਬਾ ਹੈ। ਕਿਉਂਕਿ ਮਹਾਰਾਜ ਨੇ 2 ਵਾਰੀ, ਇੱਕ ਵਾਰੀ ਮਾਲਵੇ ਦੇਸ਼ ਦੀ ਯਾਤਰਾ, ਫਿਰ ਇੱਧਰ ਆਸਾਮ ਵੱਲ ਗਏ ਹੈ, ਫਿਰ ਸ਼ਹੀਦੀ ਦੇਣ ਵਾਸਤੇ ਇਸ ਤਰ੍ਹਾਂ ਉਹਨੀ ਭੌਤਿਕ ਰਾਹ ਵਿੱਚ ਕਿਰਪਾ ਕਰਦੇ ਗਏ। ਕਾਫੀ ਵੱਡਾ ਮਹਾਰਾਜ ਸੱਚੇ ਪਾਤਸ਼ਾਹ ਦਾ ਭਾਈ ਇਤਿਹਾਸ ਆ। ਅਤੇ 6ਵੇਂ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦਿਆਂ ਵਿੱਚੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਔਰ ਕਰਤਾਰਪੁਰ ਦੇ ਜੰਗ ਵਿੱਚ ਵੀ ਸ਼ਾਮਲ ਹੋਏ। ਪਹਿਲਾਂ ਨਾਂ ਦੱਸਦੇ ਵੀ ਤਿਆਗਮੱਲ ਸੀ, ਅਤੇ ਮਹਾਰਾਜ ਨੇ ਫਿਰ ਤੇਗ ਦੀ ਬਹਾਦਰੀ ਦਿਖਾਈ, ਅਤੇ ਪਾਤਸ਼ਾਹ ਨੇ ਕਿਹਾ ਨਹੀਂ ਇਹ ਤਾਂ ਸਾਡੇ ਤੇਗ ਬਹਾਦਰ ਹੈ। ਸੋ ਇਸ ਕਰਕੇ ਇਹ ਮਹਾਰਾਜ ਦਾ ਪਵਿੱਤਰ ਇਤਿਹਾਸ ਆ। ਲਓ ਆਪਾਂ ਇੱਕ ਵਾਰੀ ਥੋੜ੍ਹਾ ਪੜ੍ਹ ਲਈਏ ਸਾਰੇ, ਗੱਜ ਵੱਜ ਕੇ ਬੋਲਿਓ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਬੋਲੋ ਮਾਈਓ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਾਰਨੋ ਨਿਧ ਆਵੈ ਧਾਏ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਾਰਨੋ ਨਿਧ ਆਵੈ ਧਾਏ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ।
ਕਰਨੋ ਨਿਦ ਆਵੈ ਧਾਏ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਇਸ ਤਰ੍ਹਾਂ ਸਤਸੰਗੀਓ, ਜਦੋਂ ਦਸਮ ਪਾਤਸ਼ਾਹ ਜੀ ਨੇ 8 ਮਹੀਨੇ ਘੇਰੇ ਪੈ ਧਰਮ ਯੁੱਧ ਹੁੰਦੇ ਰਹੇ, ਸ਼੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕਰਨ ਤੋਂ ਪਹਿਲਾਂ ਬਾਬਾ ਗੁਰਬਖਸ਼ ਜੋ ਅਦਾਸੀ ਮਹਾਂਪੁਰਖ ਸੀ, ਉਹਨਾਂ ਦੀ ਸੀਸਗੰਜ ਸਾਹਿਬ ਸੇਵਾ ਲਈ ਸੀ। ਧੂਪ ਬੱਤੀ ਕਰਨੀ ਹੈ, ਝਾੜੂ ਬਹਾਰੂ ਕਰਨਾ ਹੈ। ਕੇਸਗੜ੍ਹ ਸਾਹਿਬ ਬਾਬਾ ਸੋਭਾ ਸਿੰਘ ਸਾਹਿਬ ਦੀ ਸੇਵਾ ਲਈ ਸੀ ਵੀ ਤੁਸੀਂ ਇੱਥੇ ਇਹ ਸੇਵਾ ਨਿਭਾਉਂਦੇ ਰਹੋ, ਉਵੇਂ ਨਹੀਂ ਰਹਿਣ ਨਹੀਂ ਦੇਣਾ ਵੀ ਸਾਧੂ ਭੇਸ ਵਿੱਚ ਸ਼ੱਕ ਨਹੀਂ ਕਰਨਗੇ। ਉਸ ਵੇਲੇ ਬਾਬਾ ਗੁਰਬਖਸ਼ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਖਰਚਾ ਪਾਣੀ ਕਿਵੇਂ ਚੱਲੇਗਾ? 4 ਸਵੇਰੇ ਦੁਸ਼ਮਣਾਂ ਦਾ ਵਾਯੂਮੰਡਲ ਬਣਿਆ ਹੋਇਆ। ਮਹਾਰਾਜ ਨੇ ਕਿਹਾ ਸੀ 9ਵੇਂ ਪਾਤਸ਼ਾਹ ਅਰਦਾਸ 'ਚ ਕਿ ਉੱਥੇ 9 ਨਿਧਾਂ 18 ਸਿੱਧਾਂ ਆਉਂਦੀਆਂ, ਜਿਹੜਾ ਮਹਾਰਾਜ ਨੂੰ ਚੇਤੇ ਕਰਦਾ। ਜਦੋਂ ਤੁਸੀਂ ਝਾੜੂ ਫੇਰਿਆ ਕਰੋਗੇ ਨਾ, ਤੁਹਾਨੂੰ ਸੋਨੇ ਦੀ ਮੋਹਰ ਮਿਲਿਆ ਕਰੂਗੀ। ਇਸੇ ਤਰ੍ਹਾਂ ਹੀ ਹੋਣਾ। ਫਿਰ ਬਾਬਾ ਗੁਰਬਖਸ਼ ਦੇ ਮਨ 'ਚ ਆਇਆ ਕਿ ਮਹਾਰਾਜ ਵੀ ਮੇਰਾ ਤਾਂ ਖਰਚਾ ਚੱਲ ਜਾਂਦਾ, ਅਤੇ ਸਥਾਨ ਦੀ ਸੇਵਾ ਆਏਗਾ, ਉਹਨੂੰ ਭੋਜਨ ਪਾਣੀ ਹੋਰ ਵੀ ਲੋੜਾਂ ਕਾਫੀ ਹੁੰਦੀਆਂ। ਫਿਰ 5 ਮੋਹਰਾਂ, ਫਿਰ ਬੇਨਤੀਆਂ। ਫਿਰ ਮਹਾਰਾਜ ਨੇ ਦ੍ਰਿਸ਼ਟਾਂਤ ਦਿਖਾਇਆ, ਐਵੇਂ ਨਾ ਰੋਜ਼ ਮੰਗਿਆ ਕਰ, ਸਰਾਣਾ ਚੁੱਕ ਲਿਆ ਕਰੀ, ਜਿੰਨੀ ਲੋੜ ਆ ਚੱਕ ਲਿਆ ਕਰੀ। ਅੱਜ ਵੀ ਸ਼੍ਰੀ ਅਨੰਦਪੁਰ ਸਾਹਿਬ ਸੰਗਤ ਬੜੀ ਸ਼ਰਧਾ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਥਾਨ ਦੀ ਸੇਵਾ ਕਰਦੇ ਆ। ਅਤੇ ਜਿਹੜੇ ਕਰਦੇ ਸੇਵਾ, ਇਹ ਬਿਲਕੁਲ ਸੱਚਾਈ ਹੈ ਕਿ ਉਹਨਾਂ ਦੇ ਘਰਾਂ 'ਚ 9 ਨਿਧਾਂ 18 ਸਿੱਧਾਂ ਹੋ ਜਾਂਦੀਆਂ। ਬਰਕਤ ਅੱਜ ਵੀ ਜਿਵੇਂ ਕਿਵੇਂ ਉਸੇ ਤਰ੍ਹਾਂ ਮੌਜੂਦ ਹੈ, ਕਿਉਂ ਮਹਾਰਾਜ ਤਾਂ ਸਦਾ ਹੀ ਹਾਜ਼ਰ ਹੈ, ਪ੍ਰਤੱਖ ਹੈ। ਸੋ ਇਸ ਕਰਕੇ 6ਵੇਂ ਪਾਤਸ਼ਾਹ ਦਾ ਇਤਿਹਾਸ ਵੀ ਚੱਲ ਰਿਹਾ, ਅਤੇ 6ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਬਾਰੇ ਇਹ ਵਿਚਾਰ ਬੇਨਤੀ ਕੀਤੀ ਹੈ, ਕਿਉਂਕਿ ਆਪਾਂ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ, ਅਤੇ ਜਿਨ੍ਹਾਂ ਦਾ ਗੁਰਪੁਰਬ ਮਨਾਇਆ ਜਾ ਰਿਹਾ ਉਹਦੇ ਬਾਰੇ ਫਿਰ ਆਪਾਂ ਨੂੰ ਵਾਕਫੀ ਵੀ ਹੋਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਦਾ ਗੁਰਪੁਰਬ ਹੈ। ਹੁਣ ਅੱਗੇ ਫਿਰ ਕਰਾਂਗੇ ਵੀ ਕਿਸ ਤਰ੍ਹਾਂ ਸ਼ਹੀਦੀ ਹੋਈ, ਉਹ ਸਾਰਾ ਪ੍ਰਸੰਗ। ਹੁਣ ਆਓ ਸ਼ਬਦ ਦੀ ਵਿਚਾਰ ਸਰਵਣ ਕਰੀਏ। ਗੁਰੂ ਸਾਹਿਬ ਆਪਣੇ ਮੁਖਾਰ ਬਿੰਦ ਤੋਂ ਜਿਵੇਂ ਬਖਸ਼ਿਸ਼ ਕਰਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਜੀ ਕਿਰਪਾ ਕਰਦੇ ਹਨ। ਹਮਰੀ ਗਣਤ ਨਾ ਗਣੀਆਂ ਕਾਈ, ਇਹ ਨਿਰੰਕਾਰ ਪਰਮੇਸ਼ਰ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਹ ਕਲਯੁਗੀ ਜੀਵ ਹੈ ਤਾਂ ਸ੍ਰਿਸ਼ਟੀ ਸਾਰੀ ਆਪ ਜੀ ਦੀ ਹੈ। ਤੁਹਾਡੀ ਇਹ ਸਾਰੀ
ਸਿਰਜਣਾ ਹੈਗੀ ਹੈ। ਜੀਵ ਜਿਹੜੇ ਆ ਇਹ ਮਾਇਆ ਵਿਦਿਆ ਦੇ ਪ੍ਰਭਾਵ ਵਿੱਚ ਆ ਕੇ ਬੜੀਆਂ ਗਲਤੀਆਂ ਖਨਾਮੀਆਂ ਕਰਦੇ ਆ। ਆਪ ਸੱਚੇ ਪਾਤਸ਼ਾਹ ਦਿਆਲੂ ਮਿਹਰਬਾਨ ਹੋ, ਅਸੀਂ ਹੁਣ ਭੁੱਲ ਭੁਲਾ ਕੇ 84 ਲੱਖ ਜੂਨਾਂ ਨੂੰ ਭੋਗਦੇ ਮਨੁੱਖ ਜਨਮ 'ਚ ਆਏ ਹਾਂ। ਕਿਰਪਾ ਕਰੋ, ਸੋਝੀ ਬਖਸ਼ੋ, ਸਮੱਤ ਬਖਸ਼ੋ। ਸਾਡੇ ਕੀਤੇ ਹੋਏ ਜਿਹੜੇ ਪਾਪ ਕਰਮ ਆ ਇਹਨਾਂ ਦੀ ਗਿਣਤੀ ਨਾ ਗਿਣਿਓ। ਜੇ ਗਿਣਤੀ ਗਿਣਨ ਲੱਗ ਪਏ ਫਿਰ ਲੇਖਿਆ ਕਤੂ ਨਾ ਛੂਟੀਐ, ਕਾਚੀ ਭੀਤ ਨਾ ਸੁਧ। ਲੇਖਿਆ ਗਣਤ ਨਾ ਆਵੇ, ਤੂੰ ਬਖਸ਼ ਮਿਲਾਵਣ ਹਾਰ। ਜੇ ਮਹਾਰਾਜ ਲੇਖੇ ਜੋਖੇ ਕਰਨ ਲੱਗ ਪੈਣ ਫਿਰ ਤਾਂ ਸਾਡੇ ਪਾਪ ਇੰਨੇ ਆ, ਫੇਰ ਨਹੀਂ ਅਸੀਂ ਬਖਸ਼ੇ ਜਾਣਾ। ਅਤੇ ਜੇ ਆਪਣੀ ਰਹਿਮਤ ਕਰ ਦਿਓਗੇ, ਇਹ ਤੁਹਾਡੀ ਦਇਆ ਹੈ, ਕਿਰਪਾ ਹੈ ਆਪ ਜੀ ਦੀ। ਉਹ ਜਿਸ ਤਰ੍ਹਾਂ ਇੱਕ ਸੰਤ ਬੜੀ ਤਪੱਸਿਆ ਕਰ ਰਿਹਾ ਸੀ ਅਤੇ ਨਾਰਦ ਜੀ ਆਏ, ਕਹਿਣ ਲੱਗਾ ਮਹਾਰਾਜ ਬਕੁੰਠ ਕਦੋਂ ਜਾਓਗੇ? ਕਹਿੰਦੇ ਗੇੜਾ ਲੱਗਦਾ ਹੀ ਰਹਿੰਦਾ। ਕਹਿੰਦੇ ਮੇਰੇ ਬਾਰੇ ਭਗਵਾਨ ਨੂੰ ਪੁੱਛਣਾ ਕਿ ਮੈਨੂੰ ਤੁਹਾਡੇ ਦਰਸ਼ਨ ਕਦੋਂ ਹੋਣਗੇ? ਕਹਿੰਦੇ ਠੀਕ ਹੈ। ਇੱਕ ਕੋਈ ਹੋਰ ਸਾਦਾ ਜਿਹਾ ਸੀ, ਉਹ ਵੀ ਸਵੇਰੇ ਸ਼ਾਮ ਕੋਈ ਮਾੜਾ ਮੋਟਾ ਭਜਨ ਬਾਣੀ ਕਰਦਾ ਸੀ। ਕਹਿੰਦਾ ਮਹਾਰਾਜ ਮੇਰਾ ਵੀ ਪੁੱਛਿਆ। ਕਹਿੰਦੇ ਤੇਰਾ ਵੀ ਠੀਕ ਹੈ। ਜਦੋਂ ਗਏ ਬਕੁੰਠ 'ਚ ਭਗਵਾਨ ਨੂੰ ਪੁੱਛਿਆ ਵੀ ਮਹਾਰਾਜ ਮਾਤ ਲੋਕ ਵਿੱਚੋਂ 2 ਪੁਰਸ਼ਾਂ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਹੈ। ਇੱਕ ਬੜਾ ਮਹਾਨ ਤਪਸਵੀ ਹੈ, ਉਹ ਕਹਿੰਦਾ ਵੀ ਮੈਨੂੰ ਤੁਹਾਡੇ ਦਰਸ਼ਨ ਕਦੋਂ ਹੋਣਗੇ, ਕਿਰਪਾ ਕਰੋ। ਕਹਿਣ ਲੱਗੇ ਕਿ ਉਹਨੂੰ ਦਰਸ਼ਨ ਜਿਹੜੇ ਹੈ 4 ਜਨਮ ਤੋਂ ਬਾਅਦ ਹੋਣਗੇ। ਕਹਿੰਦੇ ਦੂਜੇ ਨੇ ਵੀ ਪੁੱਛਿਆ ਸੀ। ਕਹਿੰਦੇ ਉਹ ਜਿਹੜੇ ਬੋਹੜ ਦੇ ਦਰਖਤ ਥੱਲੇ ਬੈਠਾ, ਜਿਤਨੇ ਉਹਦੇ ਪੱਤੇ ਆ ਉਹਨੇ ਜਨਮ ਭੋਗਣ ਤੋਂ ਬਾਅਦ ਦਰਸ਼ਨ ਹੋਏਗਾ। ਨਾਰਦ ਜੀ ਆ ਗਏ, ਤਪੱਸੀ ਬੜਾ ਖੁਸ਼, ਫਿਰ ਨਾਰਦ ਜੀ ਕੋਈ ਸੁੱਖ ਸੁਨੇਹਾ ਦੇਣਗੇ। ਕਹਿਣ ਲੱਗੇ ਮਹਾਰਾਜ ਮੇਰੀ ਬੇਨਤੀ ਕੀਤੀ ਸੀ। ਕਹਿੰਦੇ ਹਾਂ। ਕਹਿੰਦੇ ਕੀ? ਕਹਿੰਦੇ ਭਗਵਾਨ। ਕਹਿੰਦੇ ਭਗਵਾਨ ਕਹਿੰਦੇ ਵੀ ਤੈਨੂੰ 4 ਜਨਮ ਤੋਂ ਬਾਅਦ ਦਰਸ਼ਨ ਹੋਣਗੇ, ਮੁਕਤੀ ਮਿਲੇਗੀ। ਕਹਿੰਦਾ ਅੱਛਾ, ਅਤੇ ਮੈਂ ਇੰਨੀ ਤਪੱਸਿਆ ਕੀਤੀ, ਹਾਲੇ 4 ਜਨਮ ਬਾਕੀ ਹੈ। ਉਹਦਾ ਵਿਚਾਰਾ ਮੂਰਛਤ ਹੋ ਕੇ ਡਿੱਗ ਪਿਆ। ਦੂਏ ਨੂੰ ਜਿਹੜੇ ਉਹ ਕਹਿੰਦਾ ਜੀ ਮੇਰਾ ਵੀ ਕੋਈ ਪੁੱਛਿਆ। ਕਹਿੰਦੇ ਹਾਂ ਭਗਵਾਨ। ਕਹਿੰਦੇ ਦਰਸ਼ਨ ਤਾਂ ਹੋਣਗੇ, ਪਰ ਜਿੰਨੇ ਬੋਹੜ ਦੇ ਦਰਖਤ ਦੇ ਪੱਤੇ ਆ ਇੰਨੇ ਜਨਮ ਧਾਰਨ। ਉਹ ਜਿਉਂ ਖੁਸ਼ੀ ਜਿਹੀ ਟੁੱਪਣ ਲੱਗਾ। ਕਹਿੰਦਾ ਅੱਛਾ, ਭਗਵਾਨ ਨੇ ਜਵਾਬ ਤਾਂ ਨਹੀਂ ਦਿੱਤਾ ਵੀ ਇਹ ਤਾਂ ਮੁੱਕੇ ਹੀ ਜਾਣੇ, ਕਿੰਨੇ ਕੁ ਪੱਤੇ ਆ? ਉਦੋਂ ਭਗਵਾਨ ਸਾਖਿਆਤ ਹੋ ਗਏ। ਕਹਿੰਦੇ ਨਾਰਦ ਤੂੰ ਵੀ ਝੂਠਾ ਦੇ ਭਗਵਾਨ ਦੇ ਬਚਨ। ਇਹ 4 ਤੇ ਹੁਣ ਇਹਨੂੰ ਪ੍ਰਗਟ ਹੋ ਗਿਆ। ਮੈਂ ਨਹੀਂ ਤਪੱਸਿਆ ਕਰਦਾ, ਮੈਨੂੰ ਨਿਆਂ ਨਹੀਂ ਮਿਲਿਆ। ਕਹਿੰਦੇ ਨਿਆਂ ਲੈਣਾ, ਜਿਹੜੀ ਸਿਲਾ 'ਤੇ ਬਹਿ ਕੇ ਤਪ ਕਰਦਾ ਨਾ 12 ਸਾਲ, ਇਹਨੂੰ 12 ਸਾਲ ਸਿਰ 'ਤੇ ਚੁੱਕ ਕੇ ਖੜਾ ਹੋ ਜਾ। ਗੱਜ ਕੇ ਬੋਲੋ। ਤਾਂ ਹੀ ਮਹਾਰਾਜ ਨੇ ਕਹਿਣਾ ਜਿਨ ਪ੍ਰੇਮ ਕੀਓ, ਬੋਲ ਦਿਓ, ਤਿਨ ਹੀ ਪ੍ਰਭ ਪਾਇਓ। ਇੱਥੇ ਲੇਖਿਆਂ ਜੋਖਿਆਂ ਨਾਲ ਨਹੀਂ ਗੱਲ ਬਣਦੀ, ਇਹ ਤਾਂ ਉਹਦੀ ਬਖਸ਼ਿਸ਼ ਨਾਲ, ਉਹਦੀ ਕਿਰਪਾ ਦੇ ਨਾਲ ਆ। ਅਤੇ ਹੁਣ ਭਾਈ ਸ਼ਮੀਰ ਜੀ ਨੇ ਦੇਖ ਲਓ, ਲਖਮੀਰ ਸ਼ਮੀਰ ਤਖਤਮਲ ਗੁਰੂ ਸਾਹਿਬ ਦੀ ਸੇਵਾ ਕੀਤੀ ਨਾ 6ਵੇਂ ਪਾਤਸ਼ਾਹ ਦੀ। ਆ ਜੰਗਾਂ ਯੁੱਧਾਂ ਦੇ ਵੇਲੇ ਉੱਥੇ ਦਾ ਪ੍ਰਸੰਗ ਚੱਲ ਰਿਹਾ। ਮਹਾਰਾਜ ਖੁਸ਼ ਹੋ ਗਏ, ਕਹਿਣ ਲੱਗੇ ਸ਼ਮੀਰ ਕੋਈ ਵਰ ਮੰਗਲਾ। ਅਤੇ ਉਹਨਾਂ ਦੇ ਘਰੋਂ ਮਾਤਾ ਜੀ ਨੇ ਜੋਧ ਰਾਏ ਦੇ ਬੇਨਤੀ ਕੀਤੀ ਸੀ ਨਾ, ਜਿਨ੍ਹਾਂ ਦੀ ਔਲਾਦ ਆ। ਮਹਾਰਾਜ ਫੇਰ ਦਰਸ਼ਨ 6ਵੇਂ ਪਾਤਸ਼ਾਹ ਕਹਿੰਦੇ ਹੁਣ ਨਹੀਂ, 10ਵੇਂ ਜਨਮ। ਕਹਿੰਦੇ ਮਹਾਰਾਜ ਮੇਰੀ ਔਲਾਦ ਵਿੱਚ ਵੀ
ਤੁਹਾਡੀ ਸਿੱਖੀ, ਤੁਹਾਡਾ ਪਿਆਰ ਬਣਿਆ ਰਹੇ। ਕਹਿੰਦੇ ਇਵੇਂ ਹੋਏਗਾ। ਜਦੋਂ ਵੀ ਮਹਾਰਾਜ ਦਸਮ ਪਾਤਸ਼ਾਹ ਗਏ, ਭਾਈ ਸ਼ਮੀਰ ਉਹਨਾਂ ਨੇ ਵੀ ਬੜੀ ਸੇਵਾ ਕੀਤੀ। ਉਸ ਵੇਲੇ ਕਹਿੰਦੇ ਕੀ ਚਾਹੁੰਦਾ? ਕਹਿੰਦੇ ਮਹਾਰਾਜ ਮੇਰੀ 84 ਕੱਟ ਦਿਓ। ਜਦੋਂ ਭਾਈ ਸ਼ਮੀਰ ਜੀ ਸੁੱਤੇ, ਕਦੀ ਕੋਈ ਜੂਨ ਵਿੱਚ, ਕਦੀ ਕੋਈ ਜੂਨ, ਕਦੀ ਕੋਈ। ਫਿਰ ਚੜਾਲ ਦਾ ਜਨਮ, ਬੜੀ ਗਰੀਬੀ ਹੈ, ਬਣਦੇ ਬ੍ਰਿਕਸ਼ ਤੋਂ ਪੀਲੂ ਤੋੜ ਕੇ ਖਾ ਰਹੇ ਆ। ਟਾਹਣਾ ਟੁੱਟ ਗਿਆ ਤੇ ਡਿੱਗ ਪਿਆ। ਜਦ ਨੂੰ ਯਾਦ ਖੁੱਲ੍ਹ ਗਈ, ਉਹ ਮੂੰਹ ਵਿੱਚ ਉਵੇਂ ਪੀਲੂ। ਕਹਿੰਦੇ ਕੀ ਹੋ ਰਿਹਾ? ਵੀ ਸੁਪਨਾ ਸੱਚਾ ਹੈ ਜਾਂ ਜਾਗਣਾ ਸੱਚਾ? ਵੀ ਮੈਂ ਕਿ ਸਾਰੀ ਰਾਤ ਹੀ ਘੁੰਮਦਾ ਰਿਹਾ। ਫਿਰ ਇਸ਼ਨਾਨ ਪਾਣੀ ਕੀਤਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ 'ਚ ਆ ਗਏ। ਫਿਰ ਮਹਾਰਾਜ ਮੇਰੇ ਨਾਲ ਰਾਤ ਐਂ ਹੁੰਦੀ ਰਹੀ। ਕਹਿੰਦੇ ਤੂੰ ਕਿਹਾ ਸੀ ਨਾ 84 ਕੱਟ ਦੇ। ਇਹ ਜੋ ਕੁਛ ਤਾਂ ਦੇਖਿਆ ਜਨਮ ਭੋਗਣੇ ਸੀ, ਅਸੀਂ ਸੁਪਨੇ 'ਚ ਹੀ ਭੁਗਤਾ ਦਿੱਤੇ ਆ। ਤਬ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਸਿੰਘ ਸਰਨ ਕਤ ਜਾਈਐ, ਜੋ ਜੰਬਕ ਗਰਾਸੈ। ਏਕ ਬੂੰਦ ਜਲ ਕਾਰਣੇ, ਚਾਤਰਕ ਦੁੱਖ ਪਾਵੈ। ਪ੍ਰਾਨ ਗਏ ਸਾਗਰ ਮਿਲੈ। ਕਹਿੰਦੇ ਹੁਣ ਬੰਦਾ ਮਰਦਾ ਅਤੇ ਪਾਣੀ ਦੀ ਬੂੰਦ ਨਹੀਂ, ਬਾਅਦ 'ਚ ਸਾਗਰ ਮਿਲਿਆ ਅਤੇ ਫਿਰ ਕੀ ਮਿਲੇਗਾ? ਫਿਰ ਤੁਹਾਡੀ ਸ਼ਰਨ ਆਇਆ, ਜੇ ਕਰਮੇ ਨਹੀਂ ਕੱਟ ਹੋਣੇ, ਫਿਰ ਤੁਹਾਡੀ ਸ਼ਰਨ ਆਉਣ ਦਾ ਕੀ ਲਾਭ? ਅਤੇ ਸ਼ੇਰ ਦੀ ਸ਼ਰਨ ਜਾ ਕੇ ਜੰਬਕ ਗਿੱਦੜਾਂ ਦਾ ਡਰਿਆ, ਫਿਰ ਸ਼ੇਰ ਦੀ ਸ਼ਰਨ ਕਾਹਦੇ ਗਏ? ਇਸ ਕਰਕੇ ਫਿਰ ਮਹਾਰਾਜ ਮਿਹਰ ਕਰ ਦੇਣ ਅਤੇ ਉਹ ਸੁਪਨਿਆਂ 'ਚ ਹੀ ਭੁਗਤਾ ਦਿੰਦੇ ਆ। ਇਉਂ ਬੇਨਤੀ ਕੀਤੀ ਜਾ ਰਹੀ ਹੈ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹੇ ਸੱਚੇ ਪਾਤਸ਼ਾਹ ਜੀ, ਆਪ ਦਿਆਲੂ ਹੋ, ਸਾਡੇ ਕੀਤੇ ਹੋਏ ਕਰਮਾਂ ਦੀ ਗਿਣਤੀ ਨਾ ਗਿਣਿਓ, ਆਪਣਾ ਬਿਰਧ ਧਰਮ ਪਛਾਣੋ। ਅਸੀਂ ਤੁਹਾਡੀ ਸ਼ਰਨ ਆਏ ਹਾਂ, ਕਿਰਪਾ ਕਰਕੇ ਸਾਡੇ ਪਾਪ ਕੱਟੋ, ਸਾਡਾ ਹਿਰਦਾ ਸ਼ੁੱਧ ਕਰਕੇ ਨਾਮ ਬਾਣੀ ਗੁਰਸਿੱਖੀ ਬਖਸ਼ ਕੇ ਸਾਨੂੰ ਗਿਆਨ ਮੁਕਤੀ ਦੇਣਾ ਕਰੋ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਕਹਿੰਦੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਉਹਨਾਂ 'ਤੇ ਮਿਹਰ ਭਰਿਆ ਹੱਥ ਦੇ ਕੇ ਸਾਰੇ ਸੰਕਟਾਂ ਤੋਂ ਮਹਾਰਾਜ ਬਚਾ ਲੈਂਦੇ ਆ। ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ, ਉਹ ਸਦਾ ਸਦਾ ਰੰਗ ਜਿਹੜਾ ਪਿਆਰ ਦਾ ਆਨੰਦ ਆ, ਉਹਨੂੰ ਮਾਣਦੇ ਆ। ਜਿਵੇਂ ਉਹ ਮਹਾਂਪੁਰਖ ਸੀਗੇ, ਉਹ ਰਾਜੇ ਨੇ ਆ ਕੇ ਪ੍ਰਸ਼ਨ ਕਰਨਾ ਕਿ ਮਹਾਰਾਜ, ਜਦੋਂ ਭਗਤਾਂ ਸੰਤਾਂ 'ਤੇ ਸੰਕਟ ਆਉਂਦਾ, ਉਦੋਂ ਭਗਵਾਨ ਆਪ ਕਿਉਂ ਦੌੜਦੇ ਆ, ਕਿਸੇ ਹੋਰ ਨੂੰ ਨਹੀਂ ਭੇਜ ਦਿੰਦੇ? ਇਹ ਪ੍ਰਸ਼ਨ ਕਰਨਾ। ਅਤੇ ਸੰਤ ਮਹਾਂਪੁਰਸ਼ ਯੁਕਤੀ ਹੁੰਦੀ ਹੈ, ਜਿਹੜੀ ਗੱਲ ਦਲੀਲ ਵਿਚਾਰ ਨਾਲ ਸਮਝਾਈ ਜਾਏ, ਉਹ ਫਿਰ ਪੂਰੇ ਜੀਵਨ 'ਚ ਬਹਿ ਜਾਂਦੀ ਹੈ। ਓਪਰੀ ਜੀ ਗੱਲ ਫਿਰ ਮਨ 'ਚ ਨਹੀਂ ਨਾ ਟਿਕਦੀ ਹੁੰਦੀ। ਸੰਤਾਂ ਨੇ ਇੱਕ ਸਰੋਵਰ ਤਿਆਰ ਕਰਾਇਆ, ਇੱਕ ਮਸਾਲੇ ਦਾ ਬਾਲਕ ਤਿਆਰ ਕਰਾਇਆ, ਜਿਸ ਤਰ੍ਹਾਂ ਰਾਜੇ ਦਾ ਉਹ ਸ਼ਹਿਜ਼ਾਦਾ ਸੀ, ਬਿਲਕੁਲ ਉਹੋ ਜਿਹੀ ਸੂਰਤ, ਉਹੋ ਜਿਹਾ ਨੈਣ ਨਕਸ਼, ਵੀ ਪਛਾਣ ਨਾ ਹੋਵੇ ਵੀ ਅਸਲੀ ਆ ਜਾਂ ਨਕਲੀ। ਅਤੇ ਰਾਜਾ ਪਰਿਵਾਰ ਦੇ ਨਾਲ ਜਦੋਂ ਸੰਤ ਮਹਾਂਪੁਰਸ਼ ਕਥਾ ਵਾਰਤਾ ਕਰਦੇ ਆਇਆ ਕਰਦਾ ਸੀ, ਕਿਉਂ ਪੁਰਾਣੇ ਰਾਜੇ ਜਿਹੜੇ ਧਰਮੀ ਹੁੰਦੇ ਸੀ, ਤਪੱਸਿਆ ਵਾਲੇ ਹੁੰਦੇ ਸੀ, ਸਿਮਰਨ ਵਾਲੇ ਹੁੰਦੇ ਸੀ। ਅੱਜ ਕੱਲ੍ਹ ਤਾਂ ਵੋਟਾਂ ਨਾਲ ਵਾਲਿਆਂ ਨੂੰ, ਉਹ ਤਪ ਨਾਲ ਹੁੰਦਾ ਸੀ, ਕਮਾਈ ਵਾਲੇ ਲੋਕ ਹੁੰਦੇ ਸੀ। ਅਤੇ ਸਾਧੂ ਸੰਤ ਆਮ ਪੁਰਾਣਾ ਇਤਿਹਾਸ ਪੜ੍ਹੀਏ ਅਤੇ ਉੱਥੇ ਆ ਕੇ ਮਹਾਂਪੁਰਖ ਬਹਿੰਦੇ ਸੀ। ਰਾਜੇ ਫਿਰ ਉਹਨਾਂ ਤੋਂ ਰਾਜਨੀਤੀ ਦੀ, ਧਰਮ ਦੀ ਸਾਰੀ ਸੋਝੀ ਲਿਆ ਕਰਦੇ ਸੀ। ਹੁਣ ਇਹ ਕਲਯੁਗ ਦਾ ਪ੍ਰਭਾਵ ਐਸਾ ਕਿ ਸਾਰਾ ਕੁਛ ਉਲਟਾ ਪੁਲਟਾ ਹੀ ਚੱਲ ਰਿਹਾ। ਉਹ ਫਿਰ ਰਾਜਾ ਰੋਜ਼ ਸੰਗਤ 'ਚ ਆਉਂਦਾ ਸੀ। ਕਈ ਵਾਰੀ ਆਪਣੇ ਉਹ ਬੱਚੇ ਨੂੰ ਵੀ ਲੈ ਆਉਣਾ, ਕਿਤੇ ਨਾ ਲਿਆਉਣਾ, ਜਾਂ ਫਿਰ ਉਹ ਬੱਚਾ ਸੀ ਫਿਰ ਰੌਲਾ ਪਊਗਾ ਸੰਗਤ 'ਚ, ਸੇਵਾਦਾਰਾਂ ਨੇ ਰਾਣੀ ਤੋਂ ਲੈ ਕੇ ਪਾਸੇ ਖਿਡਾਉਂਦੇ ਰਹਿਣਾ ਵੀ ਸੰਗਤ 'ਚ ਵੀ ਵਿਘਨ ਨਾ ਪਵੇ।
ਤੇ ਜਿਸ ਵੇਲੇ ਕਥਾ ਹੋ ਰਹੀ ਸੀ, ਬਚਨ ਬੜੇ ਅੰਮ੍ਰਿਤਮਈ ਸੀ, ਸਾਰੀ ਸੰਗਤ ਸ਼ਰਧਾਵਾਨ ਸੀ, ਐਨ ਇਕਾਗਰਚਿਤ ਹੋ ਕੇ ਮਹਾਂਪੁਰਖਾਂ ਦੇ ਜਿਹੜੇ ਬਚਨ ਸੀ ਸ਼ਰਵਣ ਕਰ ਰਹੇ ਸੀ। ਬੜੇ ਸੁੰਦਰ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਸੁਣਾ ਰਹੇ ਸੀ। ਤੇ ਰਾਜਾ ਵੀ ਐਨ ਟਿਕਟਕੀ ਲਾਈ ਹੋਈ, ਬੜੇ ਧਿਆਨ ਨਾਲ ਵੀ ਕੋਈ ਵਚਨ ਰਹਿ ਨਾ ਜਾਏ, ਵਚਨ ਬੜੇ ਕੀਮਤੀ ਹੈ, ਸਰਵਣ ਕਰ ਰਿਹਾ ਸੀ। ਇੱਕ ਸੇਵਾਦਾਰ ਦੀ ਸੇਵਾ ਲਾਈ ਸੀ ਕਿ ਉਹ ਜਿਹੜਾ ਮਸਾਲੇ ਦਾ ਰਾਜੇ ਦੇ ਸ਼ਹਿਜ਼ਾਦੇ ਵਰਗਾ ਬਾਲਕ ਬਣਾਇਆ, ਜਿੱਥੇ ਰਾਜਾ ਦੇਖਦਾ ਹੋਵੇ ਤੂੰ ਉਹਨੂੰ ਉੱਥੇ ਗੋਦੀ ਲੈ ਕੇ ਖਿਡਾਉਂਦਾ ਰਹੀ। ਜਿਸ ਵੇਲੇ ਰਾਜੇ ਦਾ ਧਿਆਨ ਕੰਨ 'ਤੇ ਸੁਣਨ ਵਿੱਚ ਹੋਣਗੇ ਤੇ ਨੇਤਰ ਜਿਹੜੇ ਉੱਧਰ ਹੋਣਗੇ, ਖੁਸ਼ ਹੋਊਗਾ ਵੀ ਮੇਰਾ ਬਾਲਕ ਵੀ ਵਚਨ ਸੁਣ ਰਿਹਾ ਸੰਗਤ 'ਚ। ਬੱਚੇ ਦਾ ਜਿਹੜਾ ਦਿਮਾਗ ਹੈ ਕੱਚੇ ਦੁੱਧ ਵਰਗਾ ਹੁੰਦਾ, ਇਹ ਚੰਗਾ ਪ੍ਰਭਾਵ ਪਏਗਾ ਸੰਗਤ 'ਚ ਆਉਣ। ਉਹ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਮਹਾਂਪੁਰਖਾਂ ਨੇ ਜਿਹੜੇ ਫਿਰ ਆ ਜਾਣ, ਟਿਕ ਟਿਕੀ ਲੱਗੀ ਹੋਣ, ਉਹ ਜਿਹੜਾ ਨੇੜੇ ਸਰੋਵਰ ਆ ਉਹਦੇ ਵਿੱਚ ਉਹਨੂੰ ਸੁੱਟ ਦੇਈ। ਇਵੇਂ ਕਿਵੇਂ ਕੀਤਾ ਗਿਆ? ਤੇ ਹੁਣ ਕਥਾ ਤਾਂ ਹੋ ਰਹੀ ਸੀ। ਜਿਹੜੇ ਰਾਜੇ ਨੇ ਦੇਖਿਆ ਵੀ ਮੇਰਾ ਬੱਚਾ ਸਰੋਵਰ ਸੁੱਟਤਾ, ਵੀ ਸੰਤਾਂ ਨੇ ਕੀ ਕੀਤਾ? ਅੱਗੇ ਤਾਂ ਸੇਵਾਦਾਰ ਖਿਡਾਉਂਦਾ ਹੁੰਦਾ ਸੀ। ਜਿਉਂ ਰਾਜਾ ਭੱਜਾ ਮੋਹ ਦੇ ਵਿੱਚ ਜਾ ਕੇ ਸਰੋਵਰ ਛਾਲ ਮਾਰੀ, ਜਿੱਲੇ ਕੱਢਿਆ ਉਹ ਬੱਚਾ ਮਸਾਲੇ ਦਾ ਸੀ। ਕਹਿੰਦਾ ਮਹਾਰਾਜ ਇਹ ਕੀ ਕੀਤਾ? ਵੀ ਤੁਸੀਂ ਮੇਰਾ ਕਥਾ ਦਾ ਰਸ ਵੀ ਗਵਾਇਆ, ਵੀ ਨਿਕਲਿਆ ਮਸਾਲੇ ਦਾ। ਕਹਿੰਦੇ ਤੂੰ ਪ੍ਰਸ਼ਨ ਕੀਤਾ ਸੀ ਨਾ ਵੀ ਜਿਹੜੇ ਸੰਤਾਂ ਭਗਤਾਂ 'ਤੇ ਕੋਈ ਸੰਕਟ ਆਉਂਦਾ ਤੇ ਭਗਵਾਨ ਦੂਜਿਆਂ ਨੂੰ ਕਿਉਂ ਨਹੀਂ ਭੇਜਦਾ, ਆਪ ਕਿਉਂ ਜਾਂਦਾ? ਕਹਿੰਦੇ ਹੁਣ ਤੇਰੇ ਇੰਨੇ ਅਹਿਲਕਾਰ ਸੀ, ਅਮੀਰ ਵਜ਼ੀਰ ਤੇਰੇ ਨਾਲ ਆਏ ਹੋਏ ਸੀ, ਉਹਨਾਂ ਨੂੰ ਨਹੀਂ ਕੀਤਾ ਤੂੰ ਆਪ? ਕਹਿੰਦੇ ਜੀ ਮੇਰਾ ਪੁੱਤਰ ਸੀ। ਕਹਿੰਦੇ ਸੰਤ ਵੀ ਫਿਰ ਰੱਬ ਦੇ ਪੁੱਤ ਆ। ਗੱਜ ਕੇ ਬੋਲੋ। ਇਸ ਵਾਸਤੇ ਜਿਹੜਾ ਉਹਦੀ ਬੰਦਗੀ ਕਰਦਾ ਹੈ ਉਹ ਉਹਦਾ ਪੁੱਤਰ ਹੈ। ਉਹਦੇ ਵਾਸਤੇ ਉਹ ਆਪ ਹਾਂਜੀ ਬੜੇ ਬੜੇ ਸੰਕਟ ਵੀ ਆਪਣੇ 'ਤੇ ਬਰਦਾਸ਼ਤ ਕਰ ਲੈਂਦਾ ਹੈ। ਇਸ ਕਰਕੇ ਕਹਿੰਦੇ ਹੈ ਸੱਚੇ ਪਾਤਸ਼ਾਹ ਹਾਥ ਦੇ ਰਾਖਿਆ ਕਰ ਆਪਣੇ, ਸਦਾ ਸਦਾ ਰੰਗਮਨ। ਉਹ ਜਿਹੜੇ ਉਹਦੇ ਬਣ ਜਾਂਦੇ ਆ। ਪ੍ਰਹਲਾਦ 'ਤੇ ਸੰਕਟ ਆਇਆ, ਦ੍ਰੋਪਦੀ 'ਤੇ ਆਇਆ, ਸੀਤਾ 'ਤੇ ਆਇਆ, ਆਹ ਸਿੰਘਣੀਆਂ 'ਤੇ ਸੰਕਟ ਆਏ। ਇਤਿਹਾਸ ਪੜ੍ਹੀਏ ਅਤੇ ਮਹਾਰਾਜ ਉਹਨਾਂ ਦੀ ਔਖੇ ਵੇਲੇ ਅੱਜ ਵੀ ਦੇਖ ਲਓ, ਕੋਈ ਸੰਕਟ ਦਾ ਸਮਾਂ ਆ ਜਾਏ, ਆਰਾਧਨਾ ਕਰੀਏ, ਮਹਾਰਾਜ ਸਹਾਇਤਾ ਕਰਦੇ ਆ, ਕੋਈ ਵਿਧੀ ਬਣਾ ਦਿੰਦੇ। ਹਾਥ ਦੇ ਰਾਖਿਆ ਕਰ ਆਪਣਾ, ਮਿਹਰ ਦਾ ਹੱਥ ਦੇ ਕੇ, ਆਸ਼ੀਰਵਾਦ ਦੇ ਕੇ ਉਹਨਾਂ ਗੁਰਮੁਖ ਪਿਆਰਿਆਂ ਦੀ ਰੱਖਿਆ ਕਰਦੇ ਹਨ। ਉਹਨਾਂ ਦੀ ਫਿਰ ਸ਼ਰਧਾ ਬਹੁਤ ਵੱਧ ਜਾਂਦੀ ਹੈ ਕਿ ਮਹਾਰਾਜ ਵਾਕਿਆ ਹੀ ਪ੍ਰਤੱਖਿਆ ਸਾਡੀ ਰੱਖਿਆ ਕੀਤੀ ਹੈ। ਉਹ ਫਿਰ ਉਹਦੇ ਪਿਆਰ 'ਚ ਹੋਰ ਭਿੱਜ ਜਾਂਦੇ ਆ, ਬਰਕਤ ਦੇਖ ਕੇ, ਸਦਾ ਸਦਾ ਨਾਮ ਜਪ ਕੇ ਉਹਦੇ ਪਿਆਰ ਦਾ ਰੰਗ ਜਿਹੜਾ ਆਨੰਦ ਹੈ ਉਸ ਨੂੰ ਮੰਨਣਾ ਕਰਦੇ ਹਨ। ਸਾਚਾ ਸਾਹਿਬ ਸਦ ਮਿਹਰਬਾਨ। ਉਹ ਸੱਚਾ ਸਾਹਿਬ ਹੈ। ਹੁਣ ਅਸੀਂ ਸਾਹਿਬ ਸ਼ਬਦ ਜਿਹੜਾ ਨਾ ਇਹਨੂੰ ਹਰ ਜਗ੍ਹਾ ਹੀ ਪ੍ਰਯੋਗ ਹੋਣਾ ਸ਼ੁਰੂ ਹੋ ਗਿਆ। ਹੁਣ ਜਿੰਨੇ ਲੀਡਰ ਆ ਇਹ ਨਹੀਂ ਆਪਣੇ ਪਿੰਡਾਂ ਦੇ ਨਾਂ ਨਾਲ ਜੋੜ ਲਿਆ, ਉਹ ਪਿੰਡਾਂ ਨੇ ਸਾਹਿਬ ਲਾਤਾ। ਸਾਹਿਬ ਤਾਂ ਅਸੀਂ ਗੁਰੂ ਸਾਹਿਬ ਨਾ, ਗੁਰੂ ਕੇ ਨਿਸ਼ਾਨ ਧਾਮਨ ਜਾਂ ਪੰਜ ਪਿਆਰੇ ਜਾਂ ਕੋਈ ਗੁਰਸਿੱਖ ਹੈ। ਅਤੇ ਹੁਣ ਉਹ ਜਿੰਨੇ ਲੀਡਰ ਆ ਉਹਨੇ ਆਪਣੋ ਪਿੰਡਾਂ ਦੇ ਨਾਮ ਜੋੜੇ ਹੋਏ ਆ ਅਤੇ ਉਹ ਪਿੰਡ ਨੂੰ ਹੀ ਸਾਹਿਬ ਬਣਾਤਾ ਇਹਨਾਂ ਨੇ, ਫਲਾਨਾ ਸਾਹਿਬ ਫਲਾਣੇ ਪਿੰਡ ਦਾ। ਸੋ ਇਸ ਵਾਸਤੇ ਪਰ ਇਹ ਝੂਠੇ ਹੈ। ਸਾਹਿਬ ਕੌਣ ਹੈ? ਸੱਚਾ ਮਹਾਰਾਜ। ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਇਹ ਜਿਹੜੇ ਅੱਜ ਕੱਲ੍ਹ ਸਾਹਿਬ ਬਣੇ ਆ ਇਹਨਾਂ ਦੇ ਤਾਂ ਮੱਥੇ ਦੀਆਂ ਤਿਊੜੀਆਂ ਨਹੀਂ ਖੁੱਲ੍ਹਦੀਆਂ। ਮਾੜੀ ਜਿਹੀ ਸਾਹ ਸਲਾਮ ਨਾ ਕਰੀਏ ਐਨ ਲਾਲ ਪੀਲੇ ਹੋ ਜਾਂਦੇ ਆ। ਮੇਰਾ ਜੀ ਇਹਨੇ ਆਉਂ ਨਹੀਂ ਕੀਤਾ, ਆਹ ਨਹੀਂ ਕੀਤਾ, ਮੈਂ ਵੱਡਾ ਸੀ। ਉਹ ਚੌਧਰ ਦੀ ਭੁੱਖ ਇੰਨੀ ਬਣ ਗਈ ਹੈ। ਸੋ ਇਸ ਵਾਸਤੇ ਉਹ ਜਿਹੜਾ ਸਾਹਿਬ ਉਹ ਸੱਚਾ ਹੈ। ਉਹਦਾ ਲੱਛਣ ਕੀ ਹੈ? ਸਾਚਾ ਸਾਹਿਬ
ਸਾਹਿਬ ਸੱਚਾ ਸਦ ਮਿਹਰਬਾਨ। ਔਰੰਗਜ਼ੇਬ ਦੇ ਜਿਹੜੇ ਚੇਲੇ ਚਾਟੜੇ ਸੀ ਨਾ, ਉਹਨੇ ਕਿਹਾ ਮਹਾਰਾਜ ਯੁੱਧ ਜੰਗ ਕਰ ਦਈਏ ਤਾਂ ਹੁਣ ਹਾਰ ਅੰਬ ਗਏ ਆ, ਤੁਸੀਂ ਹੁਣ ਨਾ ਮੋਮੋ ਠਗਣੇ ਜਿਹਾ ਬਣ ਕੇ ਇੱਕ ਉਹਨਾਂ ਨੂੰ ਪਰਵਾਨਾ ਲਿਖੋ ਕਿ ਮੈਂ ਬਾਦਸ਼ਾਹ ਅਤੇ ਤੁਸੀਂ ਮੇਰੀ ਪ੍ਰਜਾ ਬਣ ਕੇ ਰਹੋ, ਮੈਨੂੰ ਖੁਦਾ ਨੇ ਬਾਦਸ਼ਾਹੀ ਦਿੱਤੀ, ਕਿ ਤੁਸੀਂ ਇਹ ਝੰਜਟ ਕਾਹਲੇ ਪੈਂਦੇ, ਮਾਇਆ ਪਦਾਰਥਾਂ ਦੀ ਜਿਹੜੀ ਲੋੜ ਆ ਜੋ ਕਹੋ ਭੇਜ ਦਿਆਂਗੇ, ਊਠ ਗੱਡੇ ਲੱਦ ਲੱਦ ਭੇਜ ਦਿਆਂਗੇ, ਰਾਸ਼ਨ ਸਮਾਨ, ਐਵੇਂ ਕਾਹਲੇ ਯੁੱਧ ਜੰਗ 'ਚ ਪਏ ਆ। ਇਹ ਪਰਵਾਨਾ ਆ ਗਿਆ, ਮੈਨੂੰ ਖੁਦਾ ਨੇ ਬਾਦਸ਼ਾਹੀ ਦਿੱਤੀ ਹੈ ਅਤੇ ਤੁਹਾਨੂੰ ਖੁਦਾ ਦੇ ਬਚਨ ਮੁਤਾਬਕ ਮੇਰੀ ਆਮਨਾ ਮੰਨਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਪਰਵਾਨਾ ਲਿਖਿਆ, ਤੈਨੂੰ ਖੁਦਾ ਨੇ ਲੋਕਾਂ 'ਤੇ ਜ਼ੁਲਮ ਕਰਨ ਲਈ ਬਾਦਸ਼ਾਹੀ ਥੋੜ੍ਹੀ ਦਿੱਤੀ ਹੈ, ਇਹ ਪ੍ਰਜਾ ਦੀ ਰੱਖਿਆ ਵਾਸਤੇ ਦਿੱਤੀ ਹੈ, ਸੁੱਖ ਸ਼ਾਂਤੀ ਵਾਸਤੇ, ਭੁੱਖੇ ਨੂੰ ਅੰਨ ਮਿਲੇ ਔਰ ਨੰਗੇ ਨੂੰ ਵਸਤਰ ਮਿਲੇ, ਬਿਮਾਰ ਨੂੰ ਦਵਾਈ ਮਿਲੇ, ਜਿਹਦੇ ਕੋਲ ਮਕਾਨ ਨਹੀਂ ਮਕਾਨ ਮਿਲੇ, ਸਭ ਦੀ ਅੰਦਰੋਂ ਬਾਹਰੋਂ ਰੱਖਿਆ ਹੋਵੇ, ਧਰਮ ਵਿੱਚ ਸੁਤੰਤਰਤਾ ਹੋਵੇ। ਇਸ ਲਈ ਹੈ, ਤੂੰ ਤਾਂ ਕਿਸੇ ਦਾ ਸਕਾ ਬਣਿਆ ਹੀ ਨਹੀਂ। ਕਹਿੰਦੇ ਸਾਨੂੰ ਅਕਾਲ ਪੁਰਖ ਨੇ ਤੇਰਾ ਜ਼ੁਲਮ ਰੋਕਣ ਵਾਸਤੇ ਭੇਜਿਆ, ਸੱਚਾ ਪਾਤਸ਼ਾਹ ਨਿਰੰਕਾਰੀ ਆ, ਤੂੰ ਤਾਂ ਝੂਠਾ ਹੀ ਆ। ਇਹ ਮਹਾਰਾਜ ਨੂੰ ਉੱਤਰ ਭੇਜਿਆ ਸੀ। ਪਰ ਸਾਹਿਬ ਸੱਚਾ ਕੌਣ? ਉਹ ਨਿਰੰਕਾਰ ਪਰਮੇਸ਼ਰ ਆ। ਸਾਚਾ ਸਾਹਿਬ ਉਹਦਾ ਲੱਛਣ ਕੀ ਹੈ? ਸਦ ਮਿਹਰਬਾਨ, ਉਹ ਸਦਾ ਹੀ ਮਿਹਰਬਾਨ ਰਹਿੰਦਾ ਹੈ। ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਏ ਸਰਬ ਕਲਿਆਣ। ਕਿੰਨਾ ਜ਼ੁਲਮ ਹੋ ਰਿਹਾ ਸੀ ਜਦੋਂ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਬੰਨ ਪਾ ਦਿੱਤਾ ਨਾ। ਉਹ ਤੋਂ ਬਾਅਦ ਆਪਣੀ ਖੁਸ਼ੀ ਨਾਲ ਹਿੰਦੂ ਮੁਸਲਮਾਨ ਬਣੇ ਤਾਂ ਉਹਨਾਂ ਦੀ ਮਰਜ਼ੀ, ਪਰ ਇੱਕ ਵਾਰੀ ਮਹਾਰਾਜ ਨੇ ਬੰਨ ਲਾਤਾ, ਰੋਕ ਪਾ ਦਿੱਤੀ। ਜੇ ਬੰਨ ਟੁੱਟ ਜਾਏ ਕਿੰਨੀ ਤਬਾਹੀ ਹੁੰਦੀ। ਹੁਣ ਤੁਹਾਡੇ ਨੇੜੇ ਬੰਨ ਟੁੱਟਿਆ, ਹੜ੍ਹ ਆ ਗਿਆ, ਥੋੜ੍ਹੀ ਤਬਾਹੀ ਹੋਈ। ਅਤੇ ਜੇ ਬੰਨ ਵੱਜਾ ਆ, ਹੁਣ ਜਿਵੇਂ ਭਾਖੜਾ ਡੈਮ ਆ, ਉਹ ਸਿਆਣੇ ਸਾਇੰਸਦਾਨ ਦੱਸਦੇ ਕਿ ਰੱਬ ਨਾ ਕਰੇ ਜੇ ਕਿਤੇ ਹੋ ਜਾਏ ਅਤੇ ਦਿੱਲੀ ਤੱਕ 12-12 ਫੁੱਟ ਪਾਣੀ ਚੜ੍ਹ ਜਾਊਗਾ ਭਾਖੜੇ ਦੇ। ਉਹ ਬੰਨ ਵੱਜਾ ਆ, ਬਿਜਲੀ ਪੈਦਾ ਹੁੰਦੀ ਆ, ਕਿੱਥੇ ਤੱਕ ਹੋਰ ਕਾਰੋਬਾਰ ਚੱਲਦੇ। ਬੰਨ ਵੱਜਾ ਨਾ, ਇਸ ਤਰ੍ਹਾਂ ਮਨ ਵੀ ਹੈ, ਇਹਦਾ ਵੀ ਬੰਨ ਵੱਜਾ ਰਹੇ ਫਿਰ ਤਾਂ ਬਿਰਤੀ ਟਿਕੀ ਰਹਿੰਦੀ। ਅਤੇ ਜੇ ਮਨ ਦਾ ਵੀ ਬੰਨ ਟੁੱਟ ਜਾਏ, ਇਹਦੇ ਅੰਦਰ ਕਿੰਨੇ ਦੋਸ਼, ਕਿੰਨੇ ਬਕਾਰ, ਕੀ ਕੁਝ ਹੋ ਜਾਂਦਾ। ਇਸ ਤਰ੍ਹਾਂ ਰਾਜ ਸੱਤਾ ਦਾ ਬੰਨ ਟੁੱਟ ਜਾਏ, ਫਿਰ ਜ਼ੁਲਮ, ਢਿੰਗੋ ਜੋਰੀ, ਅਰਾਜਕਤਾ, ਕਿੰਨਾ ਕੁਛ ਫੈਲ ਜਾਂਦਾ। ਚੋਰੀਆਂ, ਡਾਕੇ, ਧਾੜੇ, ਬਦਅਮਨੀ, ਧੀਆਂ ਭੈਣਾਂ ਦੀ ਇੱਜ਼ਤ ਰੋਲਣ ਲੱਗ ਪੈਂਦੀ ਹੈ ਜਿਹੜੇ ਬੰਨ ਟੁੱਟ ਜਾਂਦਾ। ਇਸ ਤਰ੍ਹਾਂ ਧਾਰਮਿਕ ਤੌਰ 'ਤੇ ਵੀ। ਪਰ ਧੰਨ ਗੁਰੂ ਨਾਨਕ ਸਾਹਿਬ ਨੇ, ਛੇਵੇਂ ਪਾਤਸ਼ਾਹ, ਦਸਮ ਪਾਤਸ਼ਾਹ, ਨੌਵੇਂ ਨੇ ਇਹ ਬੰਨ ਲਾਇਆ ਆਪਣੀ ਸ਼ਹੀਦੀ ਦੇ ਕੇ। ਇਹ ਬੰਨ ਅੱਜ ਭਾਵੇਂ ਦੁਨੀਆ ਭੁੱਲਦੀ ਜਾ ਰਹੀ ਹੈ, ਇਹ ਸਾਰੀ ਕਿਰਪਾ ਨੌਵੇਂ ਪਾਤਸ਼ਾਹ ਦੀ ਹੈ। ਨਹੀਂ ਤਾਂ ਕਿਤੇ ਨਜ਼ਰ ਆਉਣੇ ਸੀ। ਉਹਨਾਂ ਦੀ ਦੇਣ, ਉਹਨਾਂ ਦੀ ਬਖਸ਼ਿਸ਼ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦ ਲਾਇਆ ਮੇਰੇ ਸਤਿਗੁਰ ਪੂਰੇ। ਪੂਰੇ ਸਤਿਗੁਰਾਂ ਨੇ ਇਹ ਮਨ ਨੂੰ ਵੀ ਰੋਕ ਲਾਈ ਹੈ। ਦੂਜੇ ਪਾਸੇ ਵੀ ਜਿਹੜਾ ਇਹਨਾਂ ਦਾ ਧਰਮ ਨਾਸ ਹੋ ਰਿਹਾ ਸੀ, ਉੱਧਰ ਵੀ ਬੰਨ ਪਾ ਦਿੱਤਾ ਹੈ। ਹੋਈ ਸਰਬ ਕਲਿਆਣ। ਜਦੋਂ ਬੰਨ ਲਾਤਾ, ਸਾਰੇ ਪਾਸੇ ਕਲਿਆਣ, ਸੁੱਖ, ਆਨੰਦ, ਖੁਸ਼ੀਆਂ, ਖੇੜੇ, ਮੁਕਤ ਅਵਸਥਾ ਜਿਹੜੀ ਸੀ ਪ੍ਰਾਪਤ ਹੋ ਗਈ। ਧਰਮ ਦੀ ਸੁਤੰਤਰਤਾ ਜਿਹੜੀ ਸੀ ਉਹ ਮਿਲੀ, ਕਿਉਂਕਿ ਇਹ ਬੰਨ ਸੌਖਾ ਨਹੀਂ ਸੀ। ਕਿਉਂ? ਇੱਕ ਤਾਂ ਚੁੱਲ੍ਹੇ ਦੀ ਅੱਗ ਹੁੰਦੀ, ਥੋੜ੍ਹਾ ਜਿਹਾ ਪਾਣੀ ਪਾਈਏ ਬੁੱਝ ਜਾਂਦੀ ਹੈ। ਇੱਕ ਹੁੰਦੀ ਹੈ ਆਪਣੇ ਆਪ ਜੰਗਲ ਨੂੰ ਅੱਗ ਲੱਗ ਜਾਂਦੀ ਨਾ, ਜਾਂ ਘਰ ਮਕਾਨ ਨੂੰ ਰੱਬ ਨਾ ਕਰੇ ਕਿਤੇ ਹੋ ਜਾਏ, ਫਾਇਰ ਬ੍ਰਿਗੇਡ ਕੰਮ ਕਰਦਾ। ਜੇ ਜੰਗਲ ਨੂੰ ਲੱਗ ਜਾਏ
ਫਿਰ ਉੱਥੇ ਫਾਇਰ ਬ੍ਰਿਗੇਡ ਵਿਚਾਰੇ ਕੁਛ ਨਹੀਂ ਕਰਦੇ ਆ। ਫਿਰ ਇੰਦਰ ਕਿਰਪਾ ਕਰਦੇ, ਮੀਂਹ ਪੈ ਜਾਏ ਫਿਰ ਤਾਂ ਬੁੱਝ ਜੂ ਜੰਗਲ ਦੀ। ਫਾਇਰ ਬ੍ਰਿਗੇਡ ਨਹੀਂ ਕਰਦੇ ਕੁਛ ਵੀ, ਉੱਥੇ ਫੇਲ ਹੋ ਜਾਂਦੇ ਵੀ। ਅਤੇ ਇੱਕ ਸਾਧ ਸੰਗਤ ਜੀ ਫਿਰ ਅੱਜ ਅਠਰਾਗਨੀ ਆ ਸਾਡੇ ਪੇਟ ਵਿੱਚ, ਇਹ ਭੋਜਨ ਥੋੜ੍ਹਾ ਖਾ ਪੀ ਲਈ, ਜਲ ਪਾਣੀ ਛਕ ਲਈਏ ਅਤੇ ਸ਼ਾਂਤ ਹੋ ਜਾਂਦੀ ਹੈ ਕੁਝ ਸਮੇਂ ਲਈ। ਇੱਕ ਬੜਵਾ ਅਗਨੀ ਹੈ ਸਮੁੰਦਰ ਵਿੱਚ, 999 ਦਰਿਆ ਵਿੱਚ ਪੈਂਦਾ। ਉਹ ਗੜਾੜ ਆ, ਜਿੱਥੇ ਆਪਾਂ ਰਸ ਕੱਢਦੇ ਕੜਾਹ, ਤੁਸੀਂ ਦੇਖਿਆ ਹੋਣਾ, ਇੱਧਰ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ। ਉਹਦੇ ਵਿੱਚ ਉਹ 7 ਸਮੁੰਦਰਾਂ ਦਾ ਪਾਣੀ ਪੈਂਦਾ। ਦੇਖ ਲਓ, ਪਾਣੀ ਵਿੱਚ ਅੱਗ ਰੱਖੀ ਹੋਏ, ਜਲ ਮੈਂ ਅਗਨ ਉੱਠੀ ਅੱਧ ਘਾਏ, ਜਿਵੇਂ ਤਵਾ ਸੜਿਆ ਹੋਵੇ ਨਾ, ਪਾਣੀ ਦੀ ਬੂੰਦ ਪੈਂਦਿਆਂ ਸੜਦੀ ਹੈ। ਉਹ ਇੰਨੀ ਅੱਗ ਆ, 7 ਸਮੁੰਦਰਾਂ ਦਾ ਪਾਣੀ ਨਾਲੇ ਨਾਲ ਭਸਮ ਹੋ ਜਾਂਦਾ। ਅਤੇ ਜੋ ਅੱਗ ਨਾ ਹੋਵੇ, ਦਰਿਆ ਦਿਨ ਰਾਤ ਪਈ ਜਾਂਦੇ ਆ, ਫਿਰ ਤਾਂ ਸਮੁੰਦਰ ਉਛਲ ਕੇ ਉਵੇਂ ਦੁਨੀਆ ਰੋੜ ਰੱਟ ਦੇਵੇ। ਉਹ ਅੱਗ ਰੱਖੀ ਨਾ, ਜਿਹੜੀ ਉਹਨੂੰ ਬਾਇਲੈਂਸ ਵਿੱਚ ਰੱਖ ਰਹੀ ਹੈ, ਸਮੁੰਦਰ ਨੂੰ ਸਮਾਨਾਂਤਰ ਰੱਖਦੀ ਹੈ। ਇੱਕ ਹੈਗੀ ਜ਼ੁਲਮ ਦੀ ਅੱਗ, ਇਹ ਨਾ ਫਾਇਰ ਬ੍ਰਿਗੇਡਾਂ ਤੋਂ, ਨਾ ਦੂਜਿਆਂ ਤੀਜਿਆਂ ਤੋਂ, ਇਹ ਤਾਂ ਸ਼ਹੀਦਾਂ ਦੇ ਖੂਨ ਨਾਲ ਬੁਝਦੀ ਹੈ। ਸ਼ਹੀਦਾਂ ਦੇ ਖੂਨ ਨਾਲ, ਇਹ 9ਵੇਂ ਪਾਤਸ਼ਾਹ ਦੀ ਸ਼ਹੀਦੀ। ਅਤੇ ਮਹਾਰਾਜ ਨੇ ਕਿਹਾ ਨਾ, ਤੇਗ ਬਹਾਦਰ ਕਿ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ ਜੈ 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 ਸੁਰ ਲੋਕ, ਠੀਕਰ ਕੋਰ ਦਲੀਪ ਸਿਰ ਪਰਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ। ਹਾਂ, ਮਹਾਰਾਜ ਦੀ ਸ਼ਹੀਦੀ, ਬਾਬਾ ਮਤੀ ਦਾਸ, ਬਾਬਾ ਸਤੀ ਦਾਸ, ਬਾਬਾ ਦਿਆਲ ਦਾਸ। ਇਹ ਅੱਗ ਦਾ ਭਾਂਬੜ ਜਿਹੜਾ ਬਾਲਿਆ ਸੀ ਨਾ ਔਰੰਗਜ਼ੇਬ ਨੇ, ਇਹਨੂੰ ਬੁਝਾਉਣ ਵਾਸਤੇ ਇਹ ਬਲੀਦਾਨ ਦਿੱਤਾ ਮਹਾਰਾਜ ਨੇ। ਉਹ 400 ਸਾਲਾਂ ਸਿੱਖ ਸੰਗਤਾਂ ਮਨਾ ਰਹੀਆਂ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਇਸ ਕਰ ਕਹਿੰਦੇ, ਬੰਦ ਪਾਇਆ ਮੇਰੇ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਹਾਂਜੀ, ਅੱਗੇ ਪੜ੍ਹੋ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ। ਵਿਸ਼ਰਾਮ ਦੇ ਕੇ ਅਸਥਾਈ ਦੀ ਟੇਕ ਦੀ ਪੰਕਤੀ ਦੁਆਰਾ ਕਿਰਪਾ ਕਰਦੇ ਹਨ। ਇਹ ਜਿਹੜਾ ਪਿੰਡ ਸੀ, ਸਰੀਰ ਬਣਾਇਆ। ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰਾਖਿਆ, ਬੋਹਰ ਲਾਗੀ ਮਾਇਆ। ਇਹ 4 ਮਹੀਨਿਆਂ 'ਚ ਆਯੁਰਵੇਦ 'ਚ ਲਿਖਿਆ ਸਰੀਰ ਤਿਆਰ ਹੁੰਦਾ। 6 ਮਹੀਨੇ ਬਸ ਇਹਦੀ ਪਕਿਆਈ ਹੁੰਦੀ ਹੈ। ਗਢਿਆਂਦਿਆਂ 6 ਮਾਹ, ਤੁੜਿਆਂਦਿਆਂ 1 ਕਿਨੂੰ, 10ਵੀਂ ਮਾਸੀ ਬਾਲਕ ਜਨਮ ਲਿਆ, ਮਿਟਿਆ ਸੋਗ ਆਨੰਦ ਥੀਆ, ਬਦੀ ਵੇਲਵੋ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਇੱਕ ਪਾਣੀ ਦੀ ਬੂੰਦ ਤੋਂ ਇਹ ਪਿੰਡ ਸਰੀਰ ਬਣਾਇਆ। 4 ਮਹੀਨੇ ਜੀਵਾਤਮਾ ਨਹੀਂ ਹੁੰਦੀ। ਚੌਥੇ ਮਹੀਨੇ ਤੋਂ ਬਾਅਦ ਜੀਵਾਤਮਾ ਤਾਲੂ ਰਾਹੀਂ ਇਹਦੇ ਅੰਦਰ ਪ੍ਰਵੇਸ਼ ਕਰਦੀ ਹੈ। ਇਹਦੇ ਉੱਤੇ ਕੇਸ ਆ, ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢਲਾ। ਬੰਦੇ ਦੇ ਗੁੱਟ ਵੱਢ ਦਿਓ, ਲੱਤਾਂ ਵੱਢ ਦਿਓ, ਮਰਦਾ ਨਹੀਂ। ਧੌਣ ਵੱਢ ਦਿਓ, ਮਰ ਜਾਂਦਾ ਨਹੀਂ। ਕਿਉਂਕਿ ਚੇਤਨ ਕਲਾ ਜਿਹੜੀ ਹੈ ਉਹ 10ਵੇਂ ਦੁਆਰ ਵਿੱਚ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੀਉ ਪਾਏ ਪਿੰਡ ਜਿਨ ਸਾਜਿਆ। ਪਿੰਡ ਮੈਨੇ ਸਰੀਰ ਦੀ ਸਿਰਜਣਾ ਕਰਕੇ ਇਹਦੇ ਵਿੱਚ ਜੀਵ ਕਲਾ ਨੂੰ ਪਾ ਦਿੱਤਾ ਹੈ। ਹਾਂਜੀ, ਦਿੱਤਾ ਪਹਿਨਣ ਖਾਣ। ਤੇ ਜਦੋਂ ਮਾਤਾ ਦੇ ਉਦਰ ਵਿੱਚ ਸੀ, ਉੱਥੇ ਕੀ ਕਰਦਾ ਸੀ? ਨਾੜੂਏ ਰਾਹੀਂ ਖੁਰਾਕ ਸਾਰੀ ਜਾ ਰਹੀ ਸੀ। ਦੇਖ ਲਓ ਕੈਸਾ ਸਿਸਟਮ ਹੈ, ਕਮਾਲ ਹੀ ਹੈ। ਕਹਿੰਦੇ ਸਾਇੰਸ ਆ, ਆ ਜਿਹੜੀ ਰੱਬ ਦੀ ਸਾਇੰਸ ਆ, ਇਹਨੂੰ ਅਸੀਂ ਖਿਆਲ ਹੀ ਨਹੀਂ ਕਰਦੇ। ਜੇ ਆ ਸਾਇੰਸ ਵਿਗਿਆਨ ਹੈ, ਇਹ ਵੀ ਉਹਦੀ ਕਿਰਪਾ ਨਾਲ ਹੀ ਹੈ। ਬੁੱਧੀ ਵੱਲ ਉਹੀ ਦਿੰਦਾ, ਉਹ ਨਾ ਕਿਰਪਾ ਕਰੇ ਤੇ ਕਿਵੇਂ ਹੋ ਸਕਦਾ? ਹੁਣ ਆ ਬਿਮਾਰੀ ਜੀ ਇੱਕ ਆਈ ਹੈ,
ਦੇਖ ਲਓ ਬੰਦਿਆਂ ਨੂੰ ਖਤਮ ਕਰ ਲਏ, ਕਿਹੜੇ ਪਰਮਾਣੂ ਬੰਬ, ਹਾਈਡਰੋਜਨ ਬੰਬ ਉਹ ਸਿੱਟ ਦਿਆਂਗੇ ਜੀ, ਧਰਤੀ ਖੰਘਰ ਬਣ ਜਾਊਗੀ, ਕਿੰਨੇ ਸਾਲ ਘਾਹ ਵੀ ਨਹੀਂ ਉੱਗੂਗਾ, ਇਹੋ ਜਿਹੀਆਂ ਗੱਲਾਂ ਕਰਦੇ ਆ। ਆਹ ਛੋਟੇ ਛੋਟੇ ਜਰਾਸੀਮਾਂ ਨੇ ਵਕਤ ਪਾਇਆ ਹੋਇਆ। ਹਾਲੇ ਦੀ ਕਰੋਨੇ ਦੀ ਸ਼ਕਲ ਦੇਖੀ ਹੈ, ਫੋਟੋ ਖਿੱਚੀ ਗਏ ਨੇ, ਐਕਸਰਾ ਲਿਆ, ਕਿਹੋ ਜਿਹਾ ਹੈ, ਦੇਖੀ ਸ਼ਕਲ ਕਿਹੋ ਜਿਹਾ ਹੈ। ਇਹਦਾ ਅਰਥ ਤਾਂ ਮੈਂ ਇਹੀ ਕੀਤਾ ਸਟੇਜ 'ਤੇ, ਕਰੋਨਾ ਮੈਨੇ ਕਰੋ ਨਾ ਕੁਝ ਨਾ ਕਰੋ, ਅੰਦਰ ਵੜ ਕੇ ਬਹਿ ਜਾਓ। ਜੇ ਸੰਧੀ ਛੇਦ ਕਰ ਦਈਏ ਨਾ, ਕਰੋ ਜਮਾ ਨਾ, ਵੀ ਕੁਛ ਨਾ ਕਰੋ, ਕਰੋਨਾ ਅੰਦਰ ਵੜ ਜਾਓ। ਅੰਦਰ ਵੜ ਗਿਆ ਕਿ ਨਹੀਂ? ਇੱਕ ਛੋਟੇ ਜਿਹੇ ਜਰਾਸੀਮ ਨੇ ਸਭ ਅੰਦਰ ਵਾੜ ਦਿੱਤੇ। ਸਰਕਾਰਾਂ ਫੇਲ ਹੋਈਆਂ ਪਈਆਂ। ਅੱਗੇ ਸਰਕਾਰਾਂ ਹੁੰਦੀਆਂ ਸੀ, ਯੱਗ ਕਰਨੇ, ਹਵਨ ਕਰਨੇ, ਪੂਜਾ ਪਾਠ ਕਰਨੀ, ਮਾਲਕ ਅੱਗੇ ਅਰਦਾਸ ਕਰਨੀ। ਉੱਧਰ ਤਾਂ ਹੁਣ ਤੁਰਦੇ ਨਹੀਂ, ਆਪੋ ਆਪਣੇ ਯਤਨਾਂ ਦੇ ਘੋੜੇ ਦੜਾਈ ਫਿਰਦੇ ਆ। ਅਤੇ ਜੇ ਮਾਲਕ ਅੱਗੇ ਅਰਦਾਸ ਕਰੀਏ, ਆ ਹੁਣ ਯੁੱਧ 6ਵੇਂ ਪਾਤਸ਼ਾਹ ਚੱਲਦਾ, ਅਤੇ ਮਹਾਰਾਜ ਨੂੰ ਸਾਰੀਆਂ ਬਿਮਾਰੀਆਂ ਸੱਦ ਲਈਆਂ ਸੀ। ਉਹ ਬਿਮਾਰੀਆਂ ਨੇ ਮੁਸਲੇ ਕਿਵੇਂ ਡਿੱਗ ਪਏ ਸੀ, ਆ ਜਾਣੇ ਪ੍ਰਸੰਗ ਅੱਗੇ। ਸੋ ਇਸ ਵਾਸਤੇ ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤੇ ਸਹਿ ਚਿਤਾਰ। ਇੱਧਰ ਸਾਡਾ ਧਿਆਨ ਨਹੀਂ ਜਾ ਰਿਹਾ ਕਿ ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਇਹ ਸਾਡੇ ਪਾਪਾਂ ਦਾ ਹੀ ਫਲ ਆ ਜਿਹੜਾ ਇਹ ਕੁਛ ਹੁੰਦਾ। ਕਿਤੇ ਭੁਚਾਲ ਆ ਗਿਆ, ਕਿਤੇ ਸੁਨਾਮੀ ਲਹਿਰਾਂ ਆ ਗਈਆਂ, ਕਿਤੇ ਹੜ੍ਹ ਆ ਗਏ, ਕਿਤੇ ਬਿਜਲੀ ਤਬਾਹ ਕਰ ਗਈ, ਕਿਤੇ ਅਗਨ ਦਾ ਪ੍ਰਕੋਪ ਹੋ ਗਿਆ, ਕਿਤੇ ਕੀੜੇ ਮਕੌੜੇ ਟਿੱਡੀ ਦਲ ਜ਼ਿਆਦਾ ਵੱਧ ਗਿਆ, ਤਬਾਹੀ ਕਰੀ ਜਾਂਦਾ, ਕਿਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਬੁਰੀਆਂ 7 ਤਰ੍ਹਾਂ ਦੀਆਂ ਈਤਾਂ ਹੁੰਦੀਆਂ ਜਿਹੜੀਆਂ ਤਬਾਹ ਕਰਦੀਆਂ। ਸੋ ਇਸ ਵਾਸਤੇ ਠੀਕ ਆ, ਦੁਨਿਆਵੀ ਤੌਰ 'ਤੇ ਆਪਾਂ ਨੂੰ ਏੜ ਤੇੜ ਇਲਾਜ ਪ੍ਰਬੰਧ ਕਰਨਾ ਬਹੁਤ ਚੰਗੀ ਗੱਲ ਹੈ, ਪਰਹੇਜ਼ ਰੱਖਣਾ ਇਲਾਜ ਨਾਲੋਂ ਪਰਹੇਜ਼ ਚੰਗਾ। ਪਰ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ, ਇਲਾਜ ਵੀ ਫੇਲ ਹੋ ਜਾਂਦੇ ਆ। ਵੈਦਾ ਸੰਦਾ ਸੰਘਾ ਇਕੱਠਾ ਹੋਇਆ, ਅਬ ਖਦਾਏ ਰਾਸ ਵਿੱਚ ਆਪ ਖਲੋਇਆ। ਉਹ ਵੈਦ ਇਕੱਠੇ ਹੋਏ ਇਲਾਜ ਕਰਦੇ, ਰਾਮੇ ਨਾ ਆਵੇ। ਇੱਕ ਮਹਾਂਪੁਰਖ ਕਹਿੰਦੇ, ਤੁਸੀਂ ਆਪਣੀ ਚਤਰਾਈ ਕਰਦੇ ਹੋ, ਗੁਰੂ ਅੱਗੇ ਅਰਦਾਸ ਕਰਕੇ, ਜਦੋਂ ਅਰਦਾਸ ਕਰਕੇ ਉਹੀ ਦਵਾਈ ਦਿੱਤੀ, ਉਹ ਕੰਮ ਕਰਨ ਲੱਗ ਪਈ। ਦਵਾਈ ਉਹੀ ਸੀ, ਉਹਦੇ ਨਾਲ ਬਾਣੀ ਦਾ ਸੰਪਟ ਲਾ ਦਿੱਤਾ। ਭਜਨ ਸਿਮਰਨ, ਅੱਗੇ ਸਾਧੂ ਧੂਣਾ ਲਾਉਂਦੇ ਹੁੰਦੇ ਸੀ ਨਾ, ਉਹ ਭਜਨ ਕਰਨਾ, ਉਹ ਵਿੱਚ ਰਗ ਛੱਡਣੀਆਂ ਦਵਾਈਆਂ, ਕੁਛ 'ਤੇ ਬਣ ਜਾਣੇ। ਉਹ ਦਵਾਈ ਦੇਣੀ, ਮਾਈਆਂ ਨੇ ਕਹਿਣਾ ਬਾਬਿਆਂ ਦੀ ਸਵਾਹ ਦੀ ਕੁੜੀ ਨਾਲ ਆਰਾਮ ਆਇਆ, ਹੁੰਦੀ ਤਾਂ ਦਵਾਈ ਵਿੱਚ ਰੱਖੀ ਹੋ ਸੀ, ਅਤੇ ਨਾਲ ਭਜਨ ਹੁੰਦਾ ਸੀ, ਉਹਦਾ ਪ੍ਰਭਾਵ ਹੁੰਦਾ ਸੀ। ਸੋ ਇਸ ਵਾਸਤੇ ਦੇਖੋ ਹੈਜਾ ਪੈ ਗਿਆ ਦਿੱਲੀ ਵਿੱਚ। ਮਹਾਰਾਜ 8ਵੇਂ ਪਾਤਸ਼ਾਹ ਗਏ, ਅਰੰਗੇ ਨੇ ਬੜਾ ਜ਼ੋਰ ਲਾਇਆ, ਧੜਾ ਧੜ ਮਰ ਰਹੇ, ਫੂਕਣ ਲਈ ਬਾਲਣ ਮੁੱਕ ਰਿਹਾ, ਦੱਬਣ ਲਈ ਕਬਰਾਂ ਨਹੀਂ ਪੁੱਟ ਹੁੰਦੀਆਂ, ਬਸ ਸੁਹਾਗਾ ਹੀ ਫਿਰ ਗਿਆ। ਫਿਰ 8ਵੇਂ ਪਾਤਸ਼ਾਹ ਨੂੰ ਜੈ ਸਿੰਘ ਰਾਜੇ ਸਵਾਈ ਦੁਆਰਾ ਬੇਨਤੀ ਅਰੰਗੇ ਨੇ ਕੀਤੀ ਮਹਾਰਾਜ ਨੂੰ, ਅਤੇ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਜਲ 'ਤੇ ਪੜ੍ਹ ਕੇ ਕੁੰਡ 'ਚ ਪਾ ਦਿੱਤਾ। ਆਓ ਛਕੀ ਚਲੋ ਚਰਨਾਮਤ। ਚਰਨਾਮਤ ਦਾ ਮਤਲਬ ਕੀ? ਬਾਣੀ ਦੁਆਰਾ ਅਭਿਮੰਤਰਿਤ ਕੀਤਾ ਹੋਇਆ ਜਲ ਹੁੰਦਾ ਨਾ, ਚਰਨ ਘਾਲ ਦਿੱਤੀ, ਅਤੇ ਮਹਾਰਾਜ ਸਾਰਾ ਦਿਨ ਥੋੜ੍ਹੀ ਪੈਰ ਧੋ ਧੋ ਪਲਾਈ ਜਾਂਦੇ ਸੀ। ਜਪਜੀ ਸਾਹਿਬ ਦਾ ਪਾਠ ਕਰਕੇ ਜਲ 'ਤੇ, ਉਹ ਜਲ, ਉਹਦਾ ਨਾਂ ਚਰਨਾਮਤ, ਬਾਣੀ ਰੂਪੀ ਚਰਨ, ਚਰਨ ਕਰ ਭਾਵ ਕੇ। ਸੋ ਇਸ ਵਾਸਤੇ ਅੱਜ ਵੀ ਦੇਖੋ ਬੰਗਲਾ ਸਾਹਿਬ ਸੰਗਤਾਂ ਜਾਂਦੀਆਂ, ਸ਼ਰਧਾ ਨਾਲ ਜਲ ਛਕਦੇ, ਕਿਰਪਾ ਅੱਜ ਵੀ ਮਹਾਰਾਜ ਦੀ ਹੁੰਦੀ ਹੈ। ਬਰਕਤ ਉਵੇਂ ਕਿਵੇਂ ਹੈ? ਸ਼ਰਧਾ ਭਗਤੀ ਦੇ ਨਾਲ। ਇਸ ਤਰ੍ਹਾਂ ਨਾਲ ਨਾਲ ਅੱਗੇ ਵੀ ਬੇਨਤੀ ਕੀਤੀ ਕਿ ਜਿੰਨੇ ਗੁਰੂ ਘਰ ਆ, ਚਾਹੇ ਕੋਈ ਕਿਸੇ ਮਤ ਮਤੰਤਰ ਨੂੰ ਮੰਨਦਾ, ਉਹ ਆਪਣੇ ਗੁਰੂ ਪੀਰ ਦੇ ਅੱਗੇ ਨਾਮ ਬਾਣੀ ਕਰਕੇ ਅਰਦਾਸ ਕਰੋ। ਇਹ ਸਾਰੀ ਸ੍ਰਿਸ਼ਟੀ ਪਾਤਸ਼ਾਹ ਤੇਰੀ ਹੈ, ਕਲਯੁਗ ਜੀਵਿਆਂ ਭੁੱਲਣਹਾਰ ਹਾਂ, ਸਾਡੀਆਂ ਗਲਤੀਆਂ ਬਖਸ਼ੋ, ਭੁੱਲਾਂ ਮਾਫ ਕਰੋ, ਇਹ ਤੰਦਰੁਸਤੀ ਬਖਸ਼ੋ। ਕਿੰਨੇ ਹਸਪਤਾਲ, ਕਿੰਨੇ ਡਾਕਟਰ, ਹਕੀਮ, ਵੈਦ, ਕੋਈ ਅੰਤ ਆ? ਬਿਮਾਰੀਆਂ ਫਿਰ ਵੀ ਛਾਲਾਂ ਮਾਰ ਮਾਰ ਆ ਰਹੀਆਂ, ਬੇਵਾ ਹੋਈ ਪਈ ਹੈ।
ਪਰ ਜੇ ਉਹਦੀ ਓਟ ਲੈ ਲਈਏ ਉਹ ਬਖਸ਼ਿਸ਼ ਕਰਦੇ ਆ, ਕਿਰਪਾ ਕਰਦੇ ਆ। ਇਸ ਕਰਕੇ ਉਹ ਸੱਚਾ ਸਾਹਿਬ ਆ, ਬੰਨ੍ਹ ਲਾਉਂਦਾ। ਜੀਵ ਨੂੰ ਪੈਦਾ ਕੀਤਾ, ਪਹਿਨਣ ਖਾਣ ਨੂੰ ਵੀ ਉਹ ਆਪ ਦੇ ਰਿਹਾ। ਉਹ ਸਿੱਧ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਨਾਮ ਜਪੋ ਨਾਮ ਜਪੋ, ਸਾਰੇ ਹੈ ਮਾਲਾ ਫੇਰਨ ਲੱਗ ਪਿਆ ਤੇ ਕੰਮ ਕਿਵੇਂ ਚੱਲੂਗਾ? ਅੱਜ ਕੱਲ੍ਹ ਵੀ ਕਈ ਕਹਿੰਦੇ ਰੱਬ ਸਾਡੀ ਦੁਕਾਨ ਚਲਾ ਦੂਗਾ ਜੀ, ਅਤੇ ਨਾਲੇ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦਾ ਸੀ ਗ੍ਰੰਥੀ ਸਿੰਘਾਂ ਤੋਂ, ਮਹੂਰਤ ਕਰਾ ਰਿਹਾ ਸੀ। ਵਿਸ਼ਵਾਸ ਹੈ ਨਹੀਂ, ਸਭ ਕੁਛ ਕਰਦਾ। ਸਿੱਧ ਕਹਿੰਦੇ ਮਹਾਰਾਜ ਕਹਿੰਦੇ ਉਹ ਨਾਮ ਜਪਣ ਵਾਲਾ ਤਾਂ ਕੋਈ ਬਣ ਜਾਏ, ਉਹ ਤਾਂ ਸਭ ਕੁਛ ਹੀ ਕਰਦਾ ਹੈ। ਜਲ ਮੈਂ ਜਨ ਤੋਂ ਪਾਏ ਕੇ, ਹੁਣ ਆ ਪਾਣੀ ਵਿੱਚ 42 ਲੱਖ ਜੀਵ ਆ, ਉਹਨੂੰ ਕੌਣ ਦੇ ਰਿਹਾ? ਉੱਥੇ ਹੱਟ ਨਾ ਚੱਲੇ, ਨਾ ਕੋਈ ਕਿਰਸ ਕਰੇ, ਉੱਥੇ ਹੱਟੀਆਂ ਚੱਲਦੀਆਂ, ਬਾਜ਼ਾਰ ਬਣੇ ਆ ਜਾਂ ਖੇਤੀਪਤੀ ਚੱਲਦੀ ਹੈ। ਉਹ ਸਾਰਿਆਂ ਦਾ ਢਿੱਡ ਭਰੀ ਜਾਂਦਾ ਜਿਵੇਂ ਕਿਸੇ ਦਾ ਹੈ। ਪਰਮਾਤਮਾ ਮਹਾਰਾਜ ਕਹਿੰਦੇ ਸਿੱਧੋ ਜੇ ਤੁਸੀਂ ਨਾਮ ਜਪਣ ਲੱਗ ਪਓ ਨਾ ਤੇ ਸਗਲੀ ਧਰਤੀ ਸ਼ੱਕਰ ਹੋਵੇ, ਔਰ ਜਿੰਨੇ ਆ ਸੋਮੇ ਆ ਇਹ ਸਾਰੇ ਦੁੱਧ ਦੇ, ਰਾਵ ਦੇ, ਸ਼ਹਿਦ ਦੇ ਬਣਾ ਦੂਗਾ। ਸਾਰੀ ਧਰਤੀ ਨੂੰ ਮਿਸ਼ਰੀ ਬਣਾ ਦੂਗਾ, ਸਾਰੀ ਬਨਸਪਤੀ ਫਲਦਾਰ ਮੇਵੇਦਾਰ ਬਣਾ ਦੂਗਾ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਵਿੱਚ ਜੀਓ। ਹਾਂਜੀ, ਇਸ ਕਰਕੇ ਪਰ ਤੇਰਾ ਜੇ ਯਕੀਨ ਵੱਝ ਜਾਏ, ਇਹਦਾ ਯਕੀਨ ਨਹੀਂ ਨਾ ਵੱਝਦਾ। ਅਤੇ ਮਹਾਰਾਜ ਗਏ ਸੀ ਨਾ ਗੁਰੂ ਨਾਨਕ ਪਾਤਸ਼ਾਹ, ਉੱਥੇ ਬੜੇ ਬੜੇ ਜੀ ਸੁੰਦਰ ਫਲ। ਮਹਾਰਾਜ ਕਹਿੰਦੇ ਮਰਦਾਨਾ ਕਹਿੰਦਾ ਮਹਾਰਾਜ ਛਕ ਲਵਾਂ? ਕਹਿੰਦੇ ਦੇਖ ਲਾ ਪਚਾ ਲੈਂਗਾ। ਕਹਿੰਦੇ ਮਹਾਰਾਜ ਬੰਦਾ ਇੱਥੇ ਕੋਈ ਵੀ ਨਹੀਂ ਹੈ, ਕਿਹਦੇ ਲਈ ਪੈਦਾ ਕੀਤੇ? ਰੱਬ ਦੇ ਵੀ ਖੇਲ ਨਿਆਰੇ ਆ, ਉੱਥੇ ਕਰਦਾ ਜਿੱਥੇ ਦੁਨੀਆ ਰਹਿੰਦੀ। ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜੇ ਉਹਦੇ ਭਜਨ ਕਰਨ ਵਾਲੇ ਉਹਨਾਂ ਲਈ ਆਏ, ਇਹ ਬਾਗ ਉਹਨਾਂ ਦੇ। ਕਹਿੰਦੇ ਮਹਾਰਾਜ ਕਹਿੰਦੇ ਬਸ ਆਏ ਖੜੇ ਆ, ਉਹਨਾਂ ਨੂੰ ਮਿਲਣਾ ਹੈ। ਜਦ ਨੂੰ ਆਦੇਸ਼ ਸ਼ੁਰੂ ਹੋ ਗਈ। ਕਹਿੰਦੇ ਆ, ਕਹਿੰਦੇ ਮਹਾਰਾਜ ਛਕ ਲਵਾਂ? ਕਹਿੰਦੇ ਦੇਖ ਲਾ, ਲਾਲਚ ਨਾ ਕਰੀ। ਜਿਲੇ ਮਰਦਾਨਾ ਜੀ ਨੇ ਫਲ ਛਕਿਆ ਬਸ ਗੁਡੂੰਦ ਹੋ ਗਏ, 8 ਪੈਰ ਪਤਾ ਨਹੀਂ ਕਿੱਥੇ। ਕਹਿੰਦੇ ਮਰਦਾਨਿਆਂ, ਕਹਿੰਦੇ ਇਹ ਫਲ ਤਪੱਸਿਆ ਵਾਲਿਆਂ ਨੇ ਪੈਦਾ ਕੀਤੇ ਆ, ਇਹਨਾਂ ਨੂੰ ਭਜਨ ਵਾਲੇ ਹੀ ਹਜ਼ਮ ਕਰ ਸਕਦੇ, ਮਾੜਾ ਨਹੀਂ ਕਰ ਸਕਦਾ। ਗੱਜ ਕੇ ਬੋਲੋ। ਉਹ ਸਭ ਕੁਝ ਕਰਦਾ ਹੈ, ਪਰ ਜੇ ਵਿਸ਼ਵਾਸ ਕਰ ਲਈਏ, ਅਚਿੰਤ ਕੰਮ ਕਰੇ, ਉਹ ਭਗਤਾਂ ਦੇ ਅਚਿੰਤ ਹੀ। ਹਾਂਜੀ, ਅਤਿੰਤ ਹਮਾਰਾ ਭੋਜਨ ਭਾਓ, ਅਚਿੰਤ ਹਮਾਰਾ ਲੀਚਿਆ ਨਾਓ। ਉਹ ਸਾਰਾ ਕੁਝ ਕਰਦਾ ਹੈ, ਪਰ ਮੇਰਾ ਸਭਨਾਂ ਗੱਲਾਂ ਜੋਗਾ ਜੀਓ। ਉਸ ਨੇ ਜੀਵ ਨੂੰ ਪਿੰਡ ਬਣਾਇਆ, ਸਰੀਰ ਜੀਵ ਕਲਾ ਪਾਈ, ਫੇਰ ਇਹਨੂੰ ਖਾਣ ਪਹਿਨਣ ਨੂੰ ਦਿੱਤਾ। ਹੁਣ ਪੇਟ ਵਿੱਚ ਕੀ ਕਰਦਾ ਸੀ? ਕੌਣ ਪਾਲ ਰਿਹਾ ਸੀ? ਕੌਣ ਇਹਨੂੰ ਵਧਾ ਰਿਹਾ, ਫੈਲਾ ਰਿਹਾ ਸੀ? ਕੌਣ ਇਹਦੇ ਅੰਗ ਪ੍ਰਤੀ ਅੰਗ ਬਣਾ ਰਿਹਾ ਸੀ? ਇਹ ਸਾਰੀ ਖੇਲ ਉਹ ਆਪੇ ਕਰ ਰਿਹਾ। ਇਹਨੂੰ ਖਾਣ ਪੀਣ ਪਹਿਨਣ ਨੂੰ ਵੀ ਸਾਰਾ ਕੁਝ ਦੇ ਰਿਹਾ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ। ਜਿਹੜਾ ਉਹਦਾ ਦਾਸ ਬਣ ਜਾਂਦਾ ਨਾ, ਉਹਦੀ ਪੈਜ ਲਾਜ ਗੁਰੂ ਮਹਾਰਾਜ ਆਪ ਹੀ ਰੱਖਦੇ ਹਨ। ਨਾਨਕ ਸਦ ਕੁਰਬਾਨ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਆਪਣੇ ਦਾਸ ਕੀ ਆਪ ਪੈਜ ਰਾਖੀ, ਆਪੇ ਉਹ ਲੱਜਾ ਪੈਜ ਇੱਜ਼ਤ ਰੱਖਦੇ ਆ। ਨਾਨਕ ਸਦ ਕੁਰਬਾਨ। ਅਸੀਂ ਸਤਿਗੁਰਾਂ ਤੋਂ ਸਦਾ ਵਾਸਤੇ ਕੁਰਬਾਨ ਬਲਿਹਾਰ ਜਾਂਦੇ ਹਾਂ। ਇਹ ਪਿਆਰਿਓ, ਸਤਿਗੁਰੂ ਜੀ ਦੀ ਪਾਵਨ ਪਵਿੱਤਰੀ ਬਾਣੀ ਦੇ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ ਗ੍ਰੰਥੀ ਸਿੰਘ, ਗਿਆਨੀ ਰਾਗੀ ਸਿੰਘ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇਤਨਾ ਹੀ। ਅਗਲੇ ਸਮੇਂ ਵਿੱਚ ਅਗਲੇ ਵਿਚਾਰ ਸਰਵਣ ਕਰਨ ਦੀ ਅੜੀ ਕਰਨੀ। ਗੁਰੂ ਮਹਾਰਾਜ ਕਿਰਪਾ ਕਰਨਗੇ। ਨਾਲ ਨਾਲ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਪ੍ਰਸੰਗਾਂ ਬਾਰੇ ਵੀ ਬੇਨਤੀਆਂ ਕਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ।
ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੋ। ਅਰਦਾਸ ਪ੍ਰਸ਼ਾਦ ਲੈ ਕੇ ਮਹਾਰਾਜ ਸੁਖ ਆਸਣ ਫਿਰ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।